ਭੱਬੈ ਭਾਲੈ ਸੇ ਫਲ ਪਾਵੈ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਬੈ ਅੱਖਰ ਨਾਲ ਹੈ ਸ਼ੁਰੂ ਦੀ ਗੱਲ। ਭੱਬੈ ਭਾਲੈ ਸੇ ਫਲ ਪਾਵੈ, ਸੇ ਫਲ ਪਾਵੈ। ਜਿਹੜਾ ਖੋਜਦਾ ਉਹਨੂੰ ਫਲ ਮਿਲਦਾ। ਗੁਰਬਾਣੀ ਖੋਜਣ ਨੂੰ ਕਹਿੰਦੀ ਹੈ। ਇਹ ਅੱਖਰਾਂ ਵਿੱਚ ਕੋਈ ਗੁਰਮੁਖ ਖੋਜਾ। ਇਹ ਅੱਖਰ ਜਿਹੜੇ ਲਿਖੇ ਹੋਏ ਨੇ ਇਹਨਾਂ ਦੇ ਵਿੱਚ ਜਿਹੜੀ ਕਿਹਨੂੰ ਖੋਜਣਾ, ਕਿੱਥੇ ਖੋਜਣਾ, ਇਹ ਤਾਂ ਜਾਣਕਾਰੀ ਇਹਦੇ ਵਿੱਚ ਹੈ। ਪਹਿਲਾਂ ਤਾਂ ਇਹਨੂੰ ਖੋਜਣਾ, ਇਹ ਚੋਂ ਸਮਝਣਾ ਖੋਜਣਾ ਕਿਹਨੂੰ ਹੈ, ਫਿਰ ਉਹ ਕਿੱਥੇ ਹੈ ਜਿੱਥੇ ਖੋਜਣਾ। ਬੰਦੇ ਖੋਜ ਦਿਲ ਹਰ ਰੋਜ਼, ਦਿਲ ਵਿੱਚ ਖੋਜਣਾ। ਜਿਹੜੇ 10 ਦੁਆਰ ਦਿਮਾਗ 'ਚ ਬਣਦੇ ਨੇ ਨਾ ਤਿਰਕੁਟੀ 'ਚ, ਉਹ ਗਲਤ ਬਣਦੇ। ਜਿਹਨੇ ਖੋਜਣਾ ਉਹ ਤਾਂ ਦਿਮਾਗ 'ਚ ਬੈਠਾ ਹੈ, ਜਿਹਨੂੰ ਖੋਜਣਾ ਦਿਮਾਗ 'ਚ ਨਹੀਂ ਹੈ। ਜਿਹਨੇ ਖੋਜਣਾ ਦਿਮਾਗ ਨਾਲ ਖੋਜਣਾ ਦਿਲ ਨੂੰ। ਆਪਾਂ ਕਹਿੰਦੇ ਦਿਮਾਗ ਤੋਂ ਕੰਮ ਲੈ, ਦਿਮਾਗ ਤੋਂ ਕੰਮ ਲੈਣਾ ਜੀਵ ਦੇ ਵੱਸ ਦੀ ਗੱਲ ਹੈ। ਦਿਲ ਤੋਂ ਕੰਮ ਲੈਣਾ ਸਾਡੇ ਵੱਸ ਦੀ ਗੱਲ ਨਹੀਂ। ਸੁੱਤੇ ਪਏ ਦੇ ਜਾਂ ਅਸੀਂ ਸੌ ਜਾਂਦੇ ਹਾਂ, ਦਿਮਾਗ ਤੋਂ ਕੰਮ ਨਹੀਂ ਲੈ ਸਕਦੇ। ਦਿਮਾਗ ਤੋਂ ਕੰਮ ਲੈਣਾ ਜਾਂ ਨਹੀਂ ਲੈਣਾ ਸਾਡੇ ਵੱਸ ਵਿੱਚ ਹੈ। ਦਿਲ ਤੋਂ ਕੰਮ ਲੈਣਾ ਸਾਡੇ ਵੱਸ ਵਿੱਚ ਨਹੀਂ ਹੈ। ਸੌ ਜਾਂਦੇ ਹਾਂ, ਦਿਲ ਚੱਲਦਾ, ਪਤਾ ਨਹੀਂ ਕੌਣ ਚਲਾਉਂਦਾ, ਪਤਾ ਨਹੀਂ ਕਿਉਂ ਚੱਲਦਾ। ਸੌ ਜਾਂਦੇ ਹਾਂ, ਦਿਮਾਗ ਨਹੀਂ ਚੱਲਦਾ। ਪਹਿਲਾਂ ਤਾਂ ਇੱਥੇ ਹੀ ਦੋ ਰਸਤੇ ਹੋ ਗਏ ਗੁਰਮੁਖਾਂ ਦੇ ਔਰ ਮਨਮੁਖਾਂ ਦੇ। ਰਿਸ਼ੀ ਮੁਨੀ ਨੇ ਜਿੰਨੀਆਂ ਬੱਤਾਂ ਨੇ, ਜਿੰਨੇ ਸਾਡੇ ਵਿਦਵਾਨ ਨੇ, ਉਹ ਸਾਰੇ 10 ਦੁਆਰ 'ਚ ਮਿਲਦੇ ਨੇ। ਕਾਲਾ ਬਗਾਨਾ ਵੀ ਇਸੇ ਦੀ ਬਹਿਸ ਕਰਦਾ ਰਿਹਾ ਸੀ। ਅਸਲ 'ਚ ਸਭ ਹਿੰਦੂ ਨੇ। ਇਹੀ ਤਾਂ ਬ੍ਰਾਹਮਣੀ ਮੱਤ ਹੈ। 10 ਦੁਆਰ ਸਿਰ 'ਚ ਮੰਨਦੇ ਨੇ ਸਾਰੇ। ਕਿਉਂਕਿ ਜੇ ਸਿਰ 'ਚ ਆਤਮਾ ਸਾਡੀ ਦਿਮਾਗ 'ਚ ਹੈਗੀ ਤਾਂ ਸਾਨੂੰ ਸੰਸਾਰ ਨਾਲ ਜੁੜੇ ਹੋਏ ਹਾਂ। ਜੇ ਦਿਮਾਗ ਹੀ ਨਹੀਂ ਸਾਡੇ ਵਾਸਤੇ, ਸੰਸਾਰ ਨਹੀਂ, ਸਾਡੀ ਹੋਂਦ ਹੈ ਨਹੀਂ। ਅਸਲ ਦੇ ਵਿੱਚ ਜੀਵ ਦੀ ਹੋਂਦ ਹੈ ਦਿਮਾਗ 'ਚ ਜਾ ਕੇ। ਜਦ ਇਹਦੀ ਹੋਂਦ ਹੈ ਨਹੀਂ, ਇਹਨੂੰ ਗਿਆਨ ਹੈ ਨਹੀਂ। ਇਹ ਸਮਝਦਾ ਵੀ ਇਹ ਦਿਮਾਗ ਇਹ ਸਭ ਕੁਛ ਹੈ। ਇੱਥੋਂ ਭੁਲੇਖਾ ਪੈਂਦਾ। ਅਸਲ ਦੇ ਵਿੱਚ ਦਿਮਾਗ ਸਾਨੂੰ ਸੰਸਾਰ ਨਾਲ ਜੋੜਦਾ। ਸੁੱਤਾ ਪਿਆ ਦਿਮਾਗ 'ਚ ਨਹੀਂ ਹੁੰਦਾ। ਜੀਵ ਸੰਸਾਰ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਹੈ। ਅਸੀਂ ਸੰਸਾਰ ਨਾਲ ਨਹੀਂ ਜੁੜੇ ਹੋਏ ਹੁੰਦੇ। ਸਾਡੀ ਹੋਂਦ ਹੀ ਨਹੀਂ ਹੁੰਦੀ। ਉਦੋਂ ਅਸੀਂ ਆਪਣੇ ਮੂਲ ਦੇ ਵਿੱਚ ਸਮਾਏ ਹੋਏ ਹੁੰਦੇ। ਉਹ ਜੋ ਇਹ ਬੁੱਧੀ ਰੂਪੀ ਤਲਵਾਰ ਆਪਣੇ ਬਿਆਨ 'ਚ ਹੁੰਦੀ ਹੈ। ਜਾਗਦੀ ਸਾਰ ਬੁੱਧੀ ਰੂਪੀ ਤਲਵਾਰ ਬਾਹਰ ਆਉਂਦੀ ਹੈ। ਦਿਮਾਗ ਨਾਲ ਜੁੜਦੀ ਹੈ, ਸੋਚਦੀ ਹੈ ਜਾਂ ਸਮਝਦੀ ਹੈ, ਸੰਸਾਰ ਨੂੰ ਦੇਖਦੀ ਹੈ, ਸੰਸਾਰ ਬਾਹਰ ਸੁਣਦੀ ਹੈ, ਸੰਸਾਰ ਨਾਲ ਜੁੜਦੀ ਹੈ, ਪਦਾਰਥਾਂ ਨੂੰ ਚੱਖਦੀ ਹੈ, ਟੇਸਟ ਲੈਂਦੀ ਹੈ, ਸੁੰਘਦੀ ਹੈ ਤਾਂ ਵਾਸ਼ਨਾ ਦਾ ਪਤਾ ਲੱਗਦਾ ਹੈ, ਦੁਰਗੰਧ ਔਰ ਸੁਗੰਧ ਦਾ। ਸੰਸਾਰ ਨਾਲ ਜੁੜਦੀ ਹੈ ਆਤਮਾ ਦਿਮਾਗ ਜਾ ਕੇ। ਔਰ ਦਿਮਾਗ ਪ੍ਰਦੇਸ਼ ਹੈ। ਜਦ ਕਿ ਮਨ ਪਰਦੇਸੀ ਜੇਠੀ ਹੈ। ਕਿੱਥੇ ਮਨ ਪਰਦੇਸੀ? ਦਿਮਾਗ ਵਿੱਚ ਪਰਦੇਸੀ ਹੈ। ਜਿਹਨੂੰ ਪਰਦੇਸ ਗਿਆ ਸੀ ਉਹਨੂੰ ਨਿਜ ਘਰ ਕਹਿਣ ਲੱਗੇ, 10 ਦੁਆਰ ਕਹਿਣ ਲੱਗੇ। ਇਹ ਕਿਹਦੀ ਮੱਤ ਹੈ? ਇਹ ਸਾਖਤਾਂ ਦੀ ਮੱਤ ਹੈ।
ਸੰਤਾਂ ਦੀ ਮਤ ਨਹੀਂ ਹੈ। ਸੰਤਾਂ ਦੀ ਮਤ ਕੀ ਹੈ? ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਘਟ ਤਾਂ ਇੱਥੇ ਹੈ ਨਹੀਂ। ਫਿਰ ਘਟ ਵੀ ਇੱਥੇ ਇਮੈਜਿਨ ਕਰਨ ਲੱਗ ਗਏ ਕਈ ਸੰਤ। ਉਹਨਾਂ ਨੇ ਕਿਹਾ ਵੀ ਘਟ ਵੀ ਇਹੀ ਮੰਨ ਲਓ, ਹੁਣ ਵੀ ਫਸ ਜਾਗੇ ਇੱਥੇ। ਆਪਣੀ ਸੋਚ ਦੇ ਦਾਇਰੇ ਨੂੰ ਘਟ ਕਹਿਣ ਲੱਗੇ, ਆਪਣੀ ਮਨਮੁਖਤਾ ਨੂੰ ਘਟ ਕਹਿਣ ਲੱਗੇ, ਆਪਣੇ ਭਰਮ ਨੂੰ ਘਟ ਕਹਿਣ ਲੱਗੇ। ਘਟ ਤਾਂ ਹਿਰਦਾ ਹੁੰਦਾ, ਘਟ ਹਿਰਦੇ ਨੂੰ ਵੀ ਮੰਨੀ ਜਾਂਦੇ ਨੇ। ਹਿਰਦਾ ਤਾਂ ਫਿਰ ਇੱਥੇ ਹਾਰਟ ਦੇ ਆਲੇ ਦੁਆਲੇ, ਹਾਰਟ ਨੂੰ ਚਲਾਉਣ ਵਾਲੀ ਸ਼ਕਤੀ ਜਿੱਥੇ ਹੈ, ਅੰਤਰ ਆਤਮਾ ਦਾ ਜਿਹੜਾ ਸਾਡਾ ਨਿਰਾਕਾਰੀ ਸਰੀਰ ਹੈ, ਉਹਦਾ ਜਿਹੜਾ ਦਿਲ ਹੈ ਔਰ ਇਹ ਸਰੀਰ ਦਾ ਦਿਲ ਹੈ, ਦੋ ਇੱਕ ਮਿੱਕ ਨੇ। ਉਹਦੀ ਸ਼ਕਤੀ ਨਾਲ ਦਿਲ ਚੱਲਦਾ। ਆ ਜਿਹੜਾ ਸਾਡਾ ਹੱਥ ਹੈ ਔਰ ਅੰਦਰਲੇ ਸਰੀਰ ਦਾ ਹੱਥ ਹੈ ਕਰ, ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਦੋ ਇੱਕ ਮਿੱਕ ਨੇ, ਤਾਂ ਉਂਗਲੀਆਂ ਚੱਲਦੀਆਂ ਨੇ। ਅੰਦਰਲੇ ਸਰੀਰ ਦੇ ਜਿਹੜੇ ਚਰਨ ਨੇ ਔਰ ਸਾਡੇ ਪੈਰ ਨੇ, ਇਹ ਜਿੰਨਾ ਚਿਰ ਇੱਕ ਮਿੱਕ ਨੇ ਤਾਂ ਪੈਰ ਚੱਲਦੇ ਨੇ, ਵਰਨਾ ਪੈਰ ਨਹੀਂ ਚੱਕ ਹੁੰਦਾ। ਬੇਹੋਸ਼ੀ ਦੀ ਹਾਲਤ 'ਚ ਇੱਕ ਮਿੱਕ ਨਹੀਂ ਹੁੰਦੇ, ਬੇਹੋਸ਼ੀ ਦੀ ਹਾਲਤ ਵਿੱਚ ਇੱਕ ਮਿੱਕ ਨਹੀਂ ਹੁੰਦੇ। ਇਸ ਕਰਕੇ ਸਰੀਰ ਨਹੀਂ ਚੱਲਦਾ। ਬੇਹੋਸ਼ ਜਦ ਹੋ ਜਾਂਦੇ ਅਸੀਂ, ਕਰ ਹੱਥ ਦੇ ਵਿੱਚ ਨਹੀਂ ਹੁੰਦੇ। ਕਰ ਆਤਮਾ ਹੈ ਸਾਡਾ, ਬਾਹਰਲਾ ਸਰੀਰ, ਅੰਦਰਲਾ ਸਰੀਰ ਆਤਮਾ ਹੈ, ਜਿਹੜਾ ਇਹ ਸਰੀਰ 'ਚ ਰਲਿਆ ਹੋਇਆ ਹੈ। ਜਿਹੜੀ ਆਤਮਾ ਉਹ ਇਹ ਸਰੀਰ 'ਚ ਕੰਮ ਕਰਦੀ ਹੈ। ਜਿਹੜੀ ਪ੍ਰਾਤਮਾ ਹੈ ਉਹ ਹਾਰਟ ਚਲਾਉਂਦੀ ਹੈ। ਇਹ ਪ੍ਰਾਤਮਾ ਨੂੰ ਇਹ ਆਤਮਾ ਕਹੀ ਜਾਂਦੇ ਨੇ। ਇਹਨਾਂ ਨੇ ਮਨ ਔਰ ਆਤਮਾ ਦੋ ਬਣਾਏ ਹੋਏ ਨੇ ਵਿਦਵਾਨਾਂ ਨੇ। ਪ੍ਰਾਤਮਾ ਦਾ ਗਿਆਨ ਹੀ ਨਹੀਂ ਹੈ। ਗੁਰਬਾਣੀ ਕਹਿੰਦੀ ਆਤਮ ਚੀਨ ਪਰਾਤਮ ਚੀਨੋ। ਪਹਿਲਾਂ ਆਤਮ ਨੂੰ ਖੋਜੋ। ਆਤਮ ਦਾ ਮਤਲਬ ਹੁੰਦਾ ਆਪਣੇ ਆਪ ਨੂੰ। ਫਿਰ ਉਹਨੂੰ ਖੋਜੋ ਜੀ ਤੋਂ ਤੁਸੀਂ ਪੈਦਾ ਹੋਏ ਹੋ, ਤੁਹਾਡਾ ਮੂਲ ਉਹ ਪ੍ਰਾਤਮ। ਆਤਮ ਤੋਂ ਪਰੇ ਸੂਰਜ ਕਿੱਥੇ ਹੈ? ਜਿਹੜੀਆਂ ਕਿਰਨਾਂ ਸਾਡੇ ਕੋਲ ਆਉਂਦੀਆਂ, ਧੁੱਪ ਆਉਂਦੀ ਹੈ, ਧੁੱਪ ਤੋਂ ਪਰੇ ਹੈ ਸੂਰਜ। ਸੂਰਜ ਧੁੱਪ ਨਹੀਂ ਹੈਗੀ। ਇਹ ਠੀਕ ਹੈ, ਸੂਰਜ ਤੋਂ ਧੁੱਪ ਪੈਦਾ ਹੁੰਦੀ ਹੈ। ਧੁੱਪ ਧਰਤੀ ਤੇ ਹੈ, ਸੂਰਜ ਕਿਤੇ ਹੋਰ ਹੈ। ਮਨ ਤਾਂ ਜੀਵ ਤਾਂ ਆਤਮ ਤਾਂ ਜੋਤ ਸਰੂਪ ਹੈ। ਆਤਮਾ ਤਾਂ ਜੋਤ ਹੈ ਉਹਦੀ। ਜਿਹਦੀ ਜੋਤ ਹੈ ਉਹ ਕੌਣ ਹੈ? ਫਿਰ ਜਿਹਦਾ ਪ੍ਰਤਾਪ ਹੈ। ਪ੍ਰਤਾਪ ਵੀ ਕਿਹਾ, ਜੋਤ ਪ੍ਰਤਾਪ ਹੀ ਹੁੰਦੀ ਹੈ, ਤੇਜ ਪ੍ਰਤਾਪ। ਸੂਰਜ ਦਾ ਪ੍ਰਤਾਪ ਇਹ ਹੈ ਜਿਹੜੀ ਜੋਤ ਹੈ ਉਹਦੀ। ਕਹਿੰਦਾ ਐਡਾ ਆਦਮੀ ਸੀ, ਉਹ ਸੇਕ ਮਾਰਦਾ ਸੀ ਉਹ ਤੋਂ ਦੂਰ ਦੂਰ ਤੱਕ। ਸੂਰਜ ਦਾ ਸੇਕ ਨਹੀਂ ਮਾਰਦਾ। ਬੜੇ ਬੜੇ ਰਾਜਾਂ ਦਾ ਸੇਕ ਆਉਂਦਾ ਹੁੰਦਾ ਦੂਰੋਂ ਹੀ। ਅਕਬਰ ਦਾ ਦਿੱਲੀ ਬੈਠੇ ਦਾ ਸੇਕ ਮਾਰਦਾ ਸੀ ਹਿੰਦੁਸਤਾਨ 'ਚ, ਮਾਰਦਾ ਸੀ ਨਾ। ਚਾਹੇ ਸੰਸਾਰੀ ਰਾਜੇ ਸੀ, ਸੰਸਾਰੀ ਗੱਲ ਕਹਿੰਦੇ ਆ, ਭਾਸ਼ਾ ਦਾ ਵਰਤਦੇ ਸੇਕ ਦੀ ਗੱਲ ਸਿਰਫ ਭਾਸ਼ਾ ਦੀ ਹੈ ਇੱਥੇ। ਇਹ ਤਾਂ ਨਹੀਂ ਵੀ ਉਹ ਰੱਬ ਸੀ। ਸੰਸਾਰੀ ਅਸੀਂ ਲੈਂਗੁਏਜ ਦੇ ਵਿੱਚ, ਭਾਸ਼ਾ 'ਚ ਵੀ ਸੇਕ ਲਫ਼ਜ਼ ਵਰਤਦੇ ਹਾਂ। ਤਪ, ਤਪ ਵੀ ਵਰਤਦੇ ਹਾਂ ਅਸੀਂ। ਬੜਾ ਤਪ ਤੇਜ ਸੀ ਉਹਦਾ। ਤਪ ਦਾ ਉਹਦਾ ਮਨ ਆਪਣਾ ਕਾਬੂ ਸੀ। ਕਾਬੂ ਮਨ ਕਰੇ ਤੇ ਬਿਨਾਂ ਤਪ ਨਹੀਂ ਹੁੰਦਾ। ਸੰਸਾਰ ਵਾਲੇ ਵੀ ਮਨ ਕਾਬੂ ਕਰਦੇ ਨੇ ਤਪ ਵਾਸਤੇ। ਚਾਹੇ ਟਾਰਗੇਟ ਉਹਨਾਂ ਦਾ ਜਿਹੜਾ ਮਰਜ਼ੀ ਹੋਵੇ, ਮਨ ਕਾਬੂ ਕਰਨ ਨੂੰ ਟਾਰਗੇਟ ਜੋ ਮਰਜ਼ੀ ਹੋਵੇ। ਮਾਇਆ ਦਾ ਵੀ ਟਾਰਗੇਟ ਹੋ ਸਕਦਾ ਨਾ। ਜਿਹੜੇ ਬੱਚੇ ਪੜ੍ਹਦੇ ਨੇ ਮਨ ਕਾਬੂ ਕਰਕੇ ਪੜ੍ਹਦੇ ਨੇ। ਕੋਈ ਆਦਮੀ ਕੋਈ ਕਲਾ ਸਿੱਖਦਾ ਹੈ, ਕੋਈ ਹੁਨਰ ਸਿੱਖਦਾ, ਮਨ ਕਾਬੂ ਕਰਕੇ ਸਿੱਖਦਾ। ਇਸ ਕਰਕੇ ਖੋਜਣ ਦੀ ਗੱਲ ਹੈ।
ਆਤਮਾ ਕੀ ਹੈ, ਪ੍ਰਾਤਮ ਕੀ ਹੈ। ਖੋਜਣਾ ਤਾਂ ਹੈ ਇਹ। ਪਹਿਲਾਂ ਬਾਣੀ ਚੋਂ ਜਿਹੜਾ ਭੁਲੇਖਾ ਪਾਇਆ ਹੈ ਨਾ ਲਫ਼ਜ਼ਾਂ ਦਾ ਦੂਏ ਧਰਮਾਂ ਨੇ, ਬਈ ਦਸਮ ਦੁਆਰ ਇੱਥੇ ਹੈ, ਇਹ ਵੀ ਖੋਜਣਾ ਵੀ ਇੱਥੇ ਹੈ ਨਹੀਂ, ਇਹ ਪਰਦੇਸ ਹੈ। ਨਿਜ ਘਰ ਇੱਥੇ ਹਿਰਦੇ 'ਚ ਹੈ। ਇੱਥੇ ਜੋਤ ਰਾਤ ਨੂੰ ਸਮਾ ਜਾਂਦੀ ਹੈ, ਸੁੱਤੇ ਪਏ ਦੀ ਇੱਥੇ ਹੁੰਦੀ ਹੈ, ਜਾਗਦੇ ਦੀ ਇੱਥੇ ਹੁੰਦੀ ਹੈ। ਜੇ ਨਿਜ ਘਰ ਆਹ ਹੋਵੇ, ਫਰਜ਼ ਕੀਤਾ ਉਹਨਾਂ ਦੀ ਮੰਨ ਲੈਂਦੇ ਆ, ਤਾਂ ਸੁੱਤੇ ਪਏ ਦਾ ਹਾਰਟ ਬੰਦ ਹੋਵੇ, ਦਿਮਾਗ ਚੱਲਦਾ ਹੋਵੇ, ਸਾਰੀ ਜੋਤ ਇੱਥੇ ਹੋਵੇ ਨਾ, ਫਿਰ ਸੁੱਤੇ ਪਏ ਦਾ ਦਿਮਾਗ ਚੱਲਣਾ ਚਾਹੀਦਾ, ਹਾਰਟ ਬੰਦ ਚਾਹੀਦਾ। ਸੁੱਤੇ ਪਏ ਦਾ ਹਾਰਟ ਚੱਲਦਾ, ਦਿਮਾਗ ਬੰਦ ਹੈ। ਨਿਜ ਘਰ ਕਿੱਥੇ ਹੋਇਆ? ਕਿਹੜੀ ਬੇਸ ਤੇ ਕਹਿੰਦੇ ਨੇ ਵਿਦਵਾਨ? ਬੇਸ ਕੁਛ ਨਹੀਂ, ਜੋ ਸੁਣ ਲਿਆ ਕਹਿ ਤਾਂ ਮੰਨ ਲਿਆ। ਵਿਦਵਾਨਾਂ ਨੂੰ ਅਕਲ ਉਕਲ ਨਹੀਂ ਹੁੰਦੀ, ਖੋਪੜੀ ਖਾਲੀ ਹੁੰਦੀ ਹੈ ਇਹਨਾਂ ਦੀ। ਛੁੱਟੇ ਤਿਲ ਬੁਆੜ ਜਿਉਂ ਸੁਰਜੇ ਅੰਦਰ ਉਹ ਰਹੇ। ਬੂਟੇ ਬਥੇਰੇ ਨੇ, ਦੂਆਂ ਨੂੰ ਮਜ਼ਬੂਤ ਨੇ, ਫੁੱਲ ਬਥੇਰੇ ਨੇ, ਤਿਲ ਵੀ ਅੰਦਰ ਪਏ ਨੇ, ਵਿੱਚ ਸੁਆਹ ਹੈ, ਭੀ ਤਲ ਵਿੱਚ ਸੁਆਹ। ਕਬੀਰ ਜੰਤ ਐਸਾ ਇੱਕ ਦੇਖਿਆ, ਜੈਸੀ ਧੋਈ ਲਾਖ। ਹੁਣ ਹੈ ਤਾਂ ਸੰਤ, ਕਬੀਰ ਉਹਨੂੰ ਕਹਿੰਦਾ ਜੰਤ, ਕੋਈ ਸਰੀਰ ਨਾਲ ਜੁੜਿਆ ਹੈ ਨਾ। ਜਿਹੜਾ ਸਰੀਰ ਨਾਲ ਜੁੜਿਆ ਹੈ ਉਹ ਜੰਤ ਹੁੰਦਾ, ਸੰਤ ਹੁੰਦਾ ਹੀ ਨਹੀਂ। ਜਿਹੜਾ ਸੰਤ ਆ ਉਹ ਸਰੀਰ ਨਾਲ ਜੁੜਿਆ ਹੋਇਆ ਹੀ ਨਹੀਂ। ਉਹ ਸੰਤ ਨੂੰ ਜੰਤ ਲਫ਼ਜ਼ ਵਰਤ ਰਿਹਾ। ਜੰਤ ਐਸਾ ਇੱਕ ਦੇਖਿਆ, ਜੈਸੀ ਧੋਈ ਲਾਖ। ਲਾਖ ਨੂੰ ਜੇ ਧੋਦੀ ਹੈ ਬੜੀ ਚਮਕਦੀ ਹੈ। ਸਮਝਿਆ ਨਹੀਂ? ਪਰ ਸੀ ਕੀ ਕਹਿੰਦੇ ਜਦ ਗੱਲ ਕੀਤੀ, ਮਤ ਹੀਣਾ ਨਾਪਾਕ। ਮਤ ਹੈ ਨਹੀਂ ਸੀ, ਅਕਲ ਹੈ ਨਹੀਂ ਸੀ, ਨਾਪਾਕ ਸੀ, ਹਿਰਦਾ ਵੀ ਸ਼ੁੱਧ ਹੈ ਨਹੀਂ ਸੀ। ਜੇ ਹਿਰਦਾ ਸ਼ੁੱਧ ਹੈ ਨਹੀਂ ਤੇ ਫਿਰ ਤੇ ਤੱਤ ਕਿੱਥੇ, ਤੇਲ ਕਿੱਥੇ? ਇੱਕ ਹੋਰ ਆ, ਭੀਤਰ ਭਰੀ ਭਗਾਰ, ਅੰਦਰ ਕੀ ਸੀ? ਸੁਆਹ ਭਗਾਰ। ਅੱਗੇ ਲੋਕ ਹੁੱਕਾ ਪੀਂਦੇ ਹੁੰਦੇ ਸੀ, ਜਿਹੜੇ ਸੜਿਆ ਹੋਇਆ ਤੰਬਾਕੂ ਆ ਸੁਆਹ ਸੜਦੇ ਸੀ ਨਾ, ਉਹਨੂੰ ਭਗਾਰ ਕਹਿੰਦੇ ਸੀ। ਔਰ ਉੱਥੇ ਜਿਹੜੇ ਥੁੱਕਦੇ ਥੱਕਦੇ ਸੀ ਭਾਨ ਖਾ ਕੇ, ਔਰ ਉਹਦਾ ਬਲਗਮ, ਉਹ ਸਾਰੇ ਕਸ ਨੂੰ ਭਗਾਰ ਕਹਿੰਦੇ ਸੀ। ਕਹਿੰਦੇ ਉਹਦੇ ਹਿਰਦੇ 'ਚ ਉਹ ਕੁਛ ਸੀ, ਭਗਾਰ। ਕਾਲਾ ਸੀ, ਗੰਦ ਸੀ ਨਿਰਾ। ਵਿਦਵਾਨਾਂ ਦੇ ਹਿਰਦੇ 'ਚ ਨਿਰਾ ਹੀ ਗੰਦ ਹੈ। ਜਿਹੜੇ ਬੜੀ ਬੜੀਆਂ ਗੱਲਾਂ ਕਰਦੇ ਨੇ, ਗੰਦ ਹੈ ਹਿਰਦੇ 'ਚ। ਜੇ ਗੰਦ ਨਾ ਹੁੰਦਾ ਤਾਂ ਇਹਨੂੰ ਪਛਾਣ ਲੈਂਦੇ, ਖੋਜ ਲੈਂਦੇ। ਉਹ ਗੰਦ ਡੋਲਣ ਨੂੰ ਤਾਂ ਹੀ ਕਿਹਾ, ਉਹਨੂੰ ਡੋਲ ਦਿਓ। ਉਹ ਗੰਦ ਹੈ ਸਾਰਾ ਜਿਹੜਾ ਲਈ ਫਿਰਦੇ ਨੇ ਸਾਰੇ। ਤਾਂ ਕਿਹਾ ਸੀ ਭਾਂਡੇ ਨੂੰ ਧੋ ਲੋ, ਗੰਦ ਹੈ ਇਹਦੇ ਵਿੱਚ। ਫਿਰ ਧੂਪ ਦਿਓ, ਗੰਦ ਦਾ ਬਾਸ਼ਨਾ ਵੀ ਚੱਕੀ ਜਾਵੇ। ਫਿਰ ਗੁਰਬਾਣੀ ਪਾਇਓ, ਪਰ ਇਹਦਾ ਗੰਦ 'ਚ ਪਾਉਣ ਲੱਗ ਗਏ। ਉਹਦੇ ਨਾਲ ਗੁਰਬਾਣੀ ਦੇ ਅਰਥ ਕਰਦੇ ਨੇ, ਉਹ ਗੰਦ ਦਾ ਜਾਗ ਲਾਉਂਦੇ ਨੇ ਇਹਨੂੰ। ਜਾਗ ਕਾਹਦਾ ਲੱਗਣਾ? ਉਹਦਾ ਹੀ। ਤੇ ਫਿਰ ਇਹ ਤਾਤੇ 'ਚ ਕਿੱਥੋਂ ਰਹਿ ਜੂਗਾ? ਉਹਨਾਂ ਨੇ ਤਾਂ ਜਾਣ ਕੇ ਲਾਇਆ ਸੀ, ਉਹਨਾਂ ਨੇ ਤਾਂ ਆਪਣੀ ਮੱਤ ਬਚਾਈ ਸੀ, ਝੂਠ ਬਚਾਇਆ ਸੀ, ਸੱਚ ਨੂੰ ਝੂਠ 'ਚ ਬਦਲਤਾ ਸੀ। ਇਹ ਡਿਊਟੀ ਸਿੱਖ ਵਿਦਵਾਨਾਂ ਦੀ ਸੀ, ਸਿੱਖਾਂ ਦੀ ਸੀ। ਵਿਦਵਾਨ ਤਾਂ ਸਿੱਖ ਹੁੰਦਾ ਹੀ ਨਹੀਂ। ਅਸਲ ਸਿੱਖ ਵਿਦਵਾਨ ਨਹੀਂ ਹੁੰਦਾ। ਜੇ ਵਿਦਵਾਨ ਉਹ ਸਿੱਖ ਨਹੀਂ ਹੈ। ਵਿਦਵਾਨ ਪੰਡਤ ਹੈ। ਪੰਡਤ ਆ ਕੇ ਪੰਗੇ ਲੈਂਦਾ ਰਿਹਾ, ਗੁਰੂ ਘਰ 'ਚ ਲੈਂਦਾ ਰਿਹਾ। ਜਿਹੜੇ ਸਿੱਖਾਂ ਨੇ ਗੁਰੂ ਕਿਹਾ ਨੇ, ਪੰਡਤ ਜਿੱਤੇ ਨੇ, ਉਹ ਵਿਦਵਾਨ ਤਾਂ ਕਹੇ ਨਹੀਂ, ਮਹਾ ਵਿਦਵਾਨ ਵੀ ਨਹੀਂ ਕਹੇ। ਕੀ ਕਹੇ ਨੇ? ਸਿੱਖ।
ਸਿੱਖ ਬੜਾ ਹੋਇਆ ਵਿਦਵਾਨ ਬੜਾ ਹੋਇਆ ਨਾ। ਉਹ ਸੰਤ ਕਹਾਏ ਨੇ, ਕਹਾਏ ਕਿ ਨੇ ਸਿੱਖ ਸੰਤ ਬੜਾ ਹੋਇਆ ਕਿ ਸਿੱਖ ਬੜਾ ਹੋਇਆ? ਸੰਤ ਬਨਾਰਸ ਕੇ ਠੱਗ ਕੇ ਹੋਇਆ, ਸੰਤ ਜਨਮ ਲੈਂਦਾ ਹੀ ਨਹੀਂ। ਸੰਤ ਤਾਂ ਇਹਨੇ ਬਣਨਾ ਸੀ, ਬਨਾਰਸ ਕੇ ਠੱਗ ਨੇ। ਇਹ ਅਸ਼ਾਂਤ ਹੈ ਮਨ, ਅਸ਼ਾਂਤ। ਅਸੀਂ ਸਾਰੇ ਅਸ਼ਾਂਤ ਹਾਂ, ਸ਼ਾਂਤੀ ਵਾਸਤੇ ਜਨਮ ਲਿਆ ਹੋਇਆ। ਜਿੱਦਣ ਸ਼ਾਂਤੀ ਪ੍ਰਾਪਤ ਹੋ ਗਈ ਸੰਤ ਬਣ ਗਏ। ਸ਼ਾਂਤ ਦਾ ਨਾਮ ਸੰਤ ਹੈ, ਜਿਹਦੇ ਅੰਦਰ ਸ਼ਾਂਤੀ ਹੈ, ਜਿਹਨੂੰ ਕੋਈ ਮਾਇਆ ਦੀ ਭੁੱਖ ਨਹੀਂ, ਜਿਹਨੂੰ ਹੁਕਮ ਪਾਣਾ ਮਿੱਠਾ ਲੱਗਦਾ, ਉਹ ਸੰਤ। ਉਹ ਸੰਤ ਕੱਪੜੇ ਪਾ ਕੇ, ਅਸੀਂ ਹੁਣ ਵੀ ਕੱਪੜੇ ਪਾ ਕੇ ਸੰਤ ਬਣਦੇ। ਇਹ ਗੁਰਬਾਣੀ ਦੀ ਤਾਂ ਪਰੰਪਰਾ ਨਹੀਂ ਹੈ, ਗੁਰਬਾਣੀ ਨੇ ਤਾਂ ਗੱਲ ਨਹੀਂ ਮੰਨੀ। ਇਹ ਤਾਂ ਹਿੰਦੂ ਮਤ ਦੀ ਮੰਨੀ ਹੋਈ ਸੀ ਗੱਲ, ਹਿੰਦੂ ਮਤ ਵਾਲੀ ਚੱਲਦੀ ਹੈ, ਬਾਣੀ ਬੜੀ ਜਾਂਦੇ। ਜਾਗ ਕਿਹੜੀ ਚੀਜ਼ ਦਾ ਲਾਇਆ ਇਹਨੂੰ? ਉਹ ਜਿਹੜਾ ਸਾਡੇ ਕੋਲ ਸੀ ਉਹਨੇ ਜਾਗ ਇਹਨੂੰ ਲਾਤਾ। ਰਿਜ਼ਲਟ ਕੀ ਆਉਣੇ ਸੀ? ਤੱਤ ਨਹੀਂ ਰਿਹਾ ਵਿੱਚ। ਜਲਦੀ ਚ ਅਰਥ ਕਰ ਲੈ ਗੁਰਬਾਣੀ ਦੇ। ਰਾਮ ਉੱਥੇ ਵੀ ਸੀ, ਰਾਮ ਇੱਥੇ ਸੀ। ਰਾਮ ਦੇ ਅਰਥ ਰਾਮਚੰਦ ਕਰ ਲੈ। ਰਾਮ ਇੱਥੇ ਵੀ ਸੀ, ਰਾਮ ਉੱਥੇ ਵੀ ਸੀ, ਉਹੀ ਰਾਮ ਇੱਥੇ ਅਰਥ ਕਰ ਲੈ। ਕ੍ਰਿਸ਼ਨ ਉੱਥੇ ਵੀ ਸੀ, ਕ੍ਰਿਸ਼ਨ ਇੱਥੇ ਸੀ, ਉਹੀ ਕ੍ਰਿਸ਼ਨ ਬਣ ਲਿਆ। ਪਾਰਜਾਤ ਰੁੱਖ ਉੱਥੇ ਵੀ ਸੀ, ਪਾਰਜਾਤ ਰੁੱਖ ਇੱਥੇ ਵੀ ਸੀ, ਉਹਦਾ ਹੀ ਅਰਥ ਕਰ ਲੈ। ਪਰ ਪਾਰਜਾਤ ਦੇ ਲਫ਼ਜ਼ ਇਹ ਨਹੀਂ ਸਮਝੇ, ਕ੍ਰਿਸ਼ਨ ਦੇ ਲਫ਼ਜ਼ ਸ਼ਬਦੀ ਅਰਥ ਨਹੀਂ ਸਮਝੇ ਵੀ ਕ੍ਰਿਸ਼ਨ ਦਾ ਭਾਵ ਅਰਥ ਕੀ ਹੁੰਦਾ। ਗੁਣਵਾਚਕ ਅਰਥ ਨੇ ਸਾਰੇ ਲਫ਼ਜ਼ਾਂ ਦੇ। ਜਿੰਨੀ ਵੀ ਭਾਸ਼ਾ ਹੈ ਗੁਣਵਾਚਕ ਅਰਥ ਨੇ ਸਾਰੀ ਭਾਸ਼ਾ ਦੇ। ਹੁਣ ਅਸੀਂ ਕਹਿੰਦੇ ਹਾਂ ਜਿਵੇਂ ਗੁਰਦੇਵ ਸਿੰਘ ਨਾਂ ਰੱਖਦੇ, ਤਾਂ ਅਸੀਂ ਅਰਥ ਉਹਦੇ ਲੈਂਦੇ ਹਾਂ ਵੀ ਗੁਰੂ ਦੀ ਦਾਤ ਦਿੱਤੀ ਹੋਈ ਹੈ, ਉਹਨੇ ਦਿੱਤਾ, ਦੇਵ ਨੇ ਦਿੱਤਾ ਹੈ। ਗੁਰਚਰਨ ਸਿੰਘ ਕਾਹਦੇ ਰਹਿੰਦੇ? ਅਸੀਂ ਗੁਰੂ ਨੂੰ ਮੰਨਦੇ ਹਾਂ, ਗੁਰੂ ਨੂੰ ਮੰਨਦੇ ਹਾਂ, ਗੁਰ ਸਤਿਗੁਰ ਨੂੰ ਮੰਨਦੇ ਹਾਂ, ਉਹਦੇ ਚਰਨਾਂ ਦਾ ਦਾਸ ਕਰਕੇ। ਇਹਦੀ ਭਾਵ ਅਰਥਤਾ ਹੋਏ ਨਾ ਹਰੇਕ ਚੀਜ਼ ਦੇ। ਹਰ ਰੋਹ ਦੇ ਪਿੱਛੇ ਕੁਛ ਗਿਆਨ ਹੁੰਦਾ, ਭਾਵ ਹੁੰਦਾ ਉਹਦਾ। ਹਰ ਲਫ਼ਜ਼ ਦੇ ਭਾਵ ਅਰਥ ਦੇਖੋ, ਭਾਵ ਅਰਥ ਕੀ ਹੈ। ਇਹਨੂੰ ਇਹ ਰਾਮ ਕਿਹਾ ਕਿਉਂ ਹੈ, ਕ੍ਰਿਸ਼ਨ ਕਿਹਾ? ਕ੍ਰਿਸ਼ਨ ਦਾ ਮਤਲਬ ਤਾਂ ਕਾਲਾ ਹੁੰਦਾ, ਮਨ ਕਾਲਾ। ਤੇ ਕ੍ਰਿਸ਼ਨ ਦਾ ਰੰਗ ਵੀ ਕਾਲਾ ਬੰਨਿਆ ਹੋਇਆ ਇਹਨਾਂ ਨੇ, ਕਾਲਾ ਨਹੀਂ ਕਿਹਾ। ਸ਼ਾਮ ਵੀ ਕਹਿੰਦੇ ਉਹਨੂੰ, ਸ਼ਾਮ ਵੀ ਉਹ ਕਾਲਾ ਹੁੰਦਾ। ਇਹਦਾ ਹੁੰਦਾ ਜਿਹੜਾ ਸਾਡਾ ਮਨ ਹੈ ਇਹ ਕ੍ਰਿਸ਼ਨ। ਕਿਤੇ ਕ੍ਰਿਸ਼ਨ ਸੇਕੀ ਟਕੋਟੇ ਬਣਾਏ। ਜੀਵ ਜਿਹਨੇ ਨੇ ਸਾਰੇ ਕ੍ਰਿਸ਼ਨ ਨੇ ਕਾਲੇ ਨੇ। ਇਹ ਕਾਲਸ ਧੋੜੇ ਇੱਥੇ ਆਏ ਨੇ, ਕਲੰਕ ਧੋੜੇ ਆਏ ਨੇ। ਇਹ ਸਾਰੇ ਕਲੰਕੀ ਨੇ, ਸੱਚ ਨਾਲ ਟਕਰਾ ਗਏ। ਇਹ ਕਲੰਕੀ ਹੋ ਗਿਆ ਸੱਚ ਨਾਲ। ਇਹਨਾਂ ਦੀ ਆਪਣੀ ਜਿਹੜੀ ਸੋਚ ਹੈ ਮੇਲ ਨਹੀਂ ਖਾਂਦੀ, ਵਿਰੋਧੀ ਹੋ ਗਏ ਸੱਚ ਦੇ। ਸੱਚ ਖੰਡ ਚੋਂ ਇੱਥੇ ਤੱਕ ਤੇ ਬਾਹਰ ਕੱਢਤੇ। ਉੱਥੇ ਉਹਨਾਂ ਨਾਲ ਸਹਿਮਤ ਨਹੀਂ ਸੱਚਖੰਡ ਨਾਲ। ਇਹ ਜਿਹੜਾ ਘਰ ਦੇ ਵਿੱਚ ਸਹਿਮਤ ਨਾ ਹੋਵੇ ਉਹਦਾ ਅੱਡ ਹੋ ਜਾਣਾ ਜ਼ਰੂਰੀ ਹੈ। ਪਾਰਟੀ ਵੀ ਜਿਹੜੇ ਕੁਛ ਬੰਦੇ ਸਹਿਮਤ ਨਾ ਹੋਣ, ਅੱਡ ਪਾਰਟੀ ਬਣਾ ਲੈਂਦੇ ਨੇ ਆਪਣੀ। ਇਹਨਾਂ ਨੇ ਆਪਣੀ ਇੱਥੇ ਅੱਡ ਪਾਰਟੀ ਬਣਾ ਲਈ, ਇੱਥੇ ਵੀ ਲੜੀ ਜਾਂਦੇ ਨੇ, ਇੱਥੇ ਵੀ ਪਾਰਟੀਆਂ ਬਣਾਉਂਦੇ ਨੇ। ਕਿਉਂਕਿ ਸੱਚਖੰਡ 'ਚ ਦੂਈ ਪਾਰਟੀ ਕਾਹਦੇ ਨਹੀਂ ਬਣੀ? ਇੱਥੇ ਕਾਹਦੇ ਪਾਰਟੀਆਂ ਨੇ? ਦੂਈ ਪਾਰਟੀ ਵਾਲੇ ਨੂੰ ਉੱਥੇ ਰਹਿਣ ਨਹੀਂ ਦਿੰਦੇ। ਉੱਥੇ ਦੂਈ ਹੈ ਹੀ ਨਹੀਂ ਕਿਸੇ ਦੇ ਮਨ 'ਚ। ਦੂਈ ਵਾਲੇ ਸਭ ਇੱਥੇ ਨੇ, ਜਿਨ੍ਹਾਂ ਦੇ ਅੰਦਰ ਈਰਖਾ ਦੁਵੇਸ਼ ਵਗੈਰਾ ਹੈ ਨਾ, ਇਹ ਉਹ ਇੱਥੇ ਨੇ ਵੀ ਭਾਈ ਉਹ ਦੇਸ਼ 'ਚ ਚਲੇ ਜਾਓ ਤੁਸੀਂ। ਅੱਗੇ ਜਿਵੇਂ ਕਾਲੇ ਪਾਣੀ ਭੇਜ ਦਿੰਦੇ ਹੁੰਦੇ ਸੀ, ਤੇ ਦੋਸਤਾਂ 'ਚੋਂ ਕੱਢ ਕੇ ਅੰਗਰੇਜ਼, ਜਿਹੜਾ ਨਹੀਂ ਸੀ ਹਟਦਾ ਜ਼ਿਆਦਾ ਹੁੰਦਾ ਸੀ ਨਾ, ਉਹਨੂੰ ਕਾਲੇ ਪਾਣੀ ਭੇਜ ਦਿੰਦੇ ਸੀ। ਇਹ ਕਾਲੇ ਪਾਣੀ ਭੇਜੇ ਹੋਏ ਨੇ
ਸਾਰੇ ਹੀ ਆਪਣੇ ਦੇਸ਼ ਚੋਂ ਕੱਢ ਕੇ। ਜਿਹੜਾ ਸੁਧਰ ਜਾਂਦਾ ਉਹਨੂੰ ਲੈ ਜਾਂਦੇ ਨੇ। ਕ੍ਰਿਸ਼ਨ ਦਾ ਮਤਲਬ ਕਾਲਾ ਹੁੰਦਾ, ਲਫ਼ਜ਼ਾਂ ਦੇ ਅਰਥ ਨੇ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਇੱਕ ਕ੍ਰਿਸ਼ਨ ਕਿਵੇਂ ਰਹਿ ਗਿਆ? ਜੇ ਨਹੀਂ ਸੀ ਸਾਡੇ ਉਹਦੇ ਵਿੱਚ ਆਦ ਦੇ ਵਿੱਚ ਇਹ ਗੱਲ ਤਾਂ ਸਮਝ ਕਹਿਤੀ, ਭੁਲੇਖਾ ਚੱਕਦਾ। ਅਸੀਂ ਉੱਥੇ ਅਰਥ ਕਰ ਲਿਆ ਨਾ, ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾਤ ਆਤਮਾ, ਆਤਮਾ ਵਾਸਦੇਵਸ ਜੇ ਕੋ ਜਾਣੇ ਭਿਓ। ਉਹਦੇ ਸਾਰੇ ਅਰਥ ਕ੍ਰਿਸ਼ਨ ਦੇ ਕਰਕੇ ਸਾਰਾ ਕਰਦਾ, ਸਾਰੇ ਅਰਥ ਹਿੰਦੂ ਬੰਦੇ ਕਰਤੇ। ਜਿਹੜੇ ਪਲਟੇ ਸੀ ਅਰਥ ਉਹੀ ਕਰਤੇ। ਤਦ ਭਾਸ਼ਾ ਨੇ ਕਲੀਅਰ ਕੀਤੀ ਗੱਲ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਬੇਟ ਢਾਰੇ ਉਪਾਏ। ਹੁਣ ਇੱਥੇ ਕਿੱਡਾ ਬੜਾ ਭੇਦ ਰੱਖਿਆ। ਰਾਮ ਨੂੰ ਕੀਟ ਨਹੀਂ ਕਿਹਾ, ਕ੍ਰਿਸ਼ਨ ਨੂੰ ਕੀਟ ਕਿਹਾ ਹੈ। ਰਾਮ ਦੇ ਧਾਰੀ ਹੁੰਦਾ ਹੀ ਨਹੀਂ, ਸਭਾ ਘੱਟ ਰਾਮ ਬੋਲੇ ਕਹਿੰਦੀ ਹੈ ਨਾ ਬਾਣੀ, ਇਸ ਕਰਕੇ ਰਾਮ ਨੂੰ ਕੀਟ ਨਹੀਂ ਕਿਹਾ। ਰਾਮ ਸੇ ਬੇਟ ਢਾਰੇ ਉਪਾਏ, ਕਿੱਡਾ ਬੜਾ ਭੇਦ ਹੈ। ਓਡਾ ਹੀ ਬੜਾ ਭੇਦ ਦਸਵੀਂ ਬਾਣੀ ਜਾਂ ਜਿੱਡਾ ਬੜਾ ਭੇਦ ਹੈ ਇਹਦੇ ਵਿੱਚ ਸਮਝਣ ਨੂੰ। ਬੋਲੀ ਉਹ ਸਿੱਧੀ ਲੱਗਦੀ ਹੈ। ਕੀਟ ਨਹੀਂ ਹੈ ਰਾਮ, ਰਾਮ ਕਦੇ ਜਨਮ ਨਹੀਂ ਲੈਂਦਾ। ਰਾਮ ਨਹੀਂ ਜਨਮ ਲੈਂਦਾ, ਸੰਤ ਨਹੀਂ ਜਨਮ ਲੈਂਦਾ ਕਦੇ, ਅਸੰਤ ਜਨਮ ਲੈਂਦਾ। ਅਸੰਤ ਜਨਮ ਲੈਂਦਾ ਕਾਹਦੇ ਵਾਸਤੇ? ਸੰਤ ਬਣਨ ਵਾਸਤੇ, ਸ਼ਾਂਤੀ ਹੋਣ ਵਾਸਤੇ। ਅੱਧਾ ਸੰਤ ਹੈ, ਅੱਧਾ ਅਸੰਤ ਹੈ, ਅੱਧਾ ਰਾਮ ਹੈ, ਅੱਧਾ ਹੈ ਕ੍ਰਿਸ਼ਨ। ਮਨ ਕਰਕੇ ਕ੍ਰਿਸ਼ਨ ਹੈ, ਤਨ ਕਰਕੇ ਰਾਮ ਹੈ, ਅੰਦਰਲੇ ਤਨ ਕਰਕੇ। ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਉਪਾਏ ਮੇਟ ਡਾਰੇ ਉਪਾਏ ਨਹੀਂ, ਕ੍ਰਿਸ਼ਨ ਇਹ ਜੋ ਪੈਦਾ ਕੀਤਾ। ਕ੍ਰਿਸ਼ਨ ਇਹ ਜੋ ਪੈਦਾ ਕਰਕੇ ਸਰੀਰ ਪੈਦਾ ਕੀਤੇ ਨੇ। ਡਾਰੇ ਡਾਰਾ, ਡਾਰੇ ਪੇਟ ਦਿੱਤੇ, ਮੇਟ ਦਿੱਤੇ, ਪੇਟ ਦਿੱਤੇ। ਜੇ ਉਪਜੇ ਤਾਂ ਹੀ ਮਿਟੇ। ਜੋ ਉਪਜੋ ਸੋ ਬਿਰਸ ਹੈ। ਰਾਮ ਸੇ ਗਿਆ। ਰਾਮ ਹੀ ਪੈਦਾ ਕੀਤਾ ਹੋਇਆ। ਰਾਮ ਚੋਂ ਮਨ ਪੈਦਾ ਕੀਤਾ, ਮਨ ਜੋੜਿਆ। ਮਨ ਕੀਟ ਹੈ, ਰਾਮ ਅੰਦਰ ਬੋਲਦਾ। ਰਾਮ ਉਹ ਹੈ ਜਿਹੜਾ ਹਾਰਟ ਚਲਾਉਂਦਾ ਹੈ। ਪ੍ਰਾਤਮਾ ਦਾ ਨਾਮ ਰਾਮ ਹੈ, ਆਤਮਾ ਦਾ ਨਾਮ ਕ੍ਰਿਸ਼ਨ। ਜਿਹੜਾ ਆਤਮ ਹੈ, ਜਿਹਨੂੰ ਮਨ ਕਹਿੰਦੇ ਆ, ਜਿਹੜਾ ਸਰੀਰ ਨਾਲ ਜੁੜਿਆ ਹੈ, ਉਹ ਤਾਂ ਹੈ ਕ੍ਰਿਸ਼ਨ। ਰਾਮ ਸੇ ਮਿਟੇ ਹੈ। ਹਾਂ, ਰਾਮ ਦੇ ਕ੍ਰਿਸ਼ਨ ਹੈ ਜਿਹੜਾ। ਰਾਮ ਦੇ ਵਿੱਚੋਂ ਕ੍ਰਿਸ਼ਨ ਪੈਦਾ ਕੀਤਾ। ਰਾਮ ਹੀ ਮਿਟੂਗਾ, ਕ੍ਰਿਸ਼ਨ ਦਾ ਕੀ ਮਿਟੂ? ਕ੍ਰਿਸ਼ਨ ਤਾਂ ਉਹਦੇ ਵਿੱਚ ਮਤਲਬ ਹੈ ਰਾਮ ਉਹ ਜੋ ਪੈਦਾ ਕੀਤਾ ਸੀ, ਪੈਦਾ ਨਹੀਂ ਕੀਤਾ। ਕ੍ਰਿਸ਼ਨ ਕੀ ਹੈ ਦੇਖੋ, ਪੈਦਾ ਕੀਤਾ ਸੀ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਾ ਦੇਹ ਅਪਾਰਾ। ਜਬਾ ਕਰਖ ਕਰਤੋ ਹੋ ਕਬੂ, ਤੁਮ ਮਿਲਤ ਦੇਹ ਤਰਸਬੂ। ਆਪਣੇ ਵਿੱਚੋਂ ਰਾਮ ਨੇ ਉਦਕਰਖ ਕੀਤਾ, ਕ੍ਰਿਸ਼ਨ ਪੈਦਾ ਕਰਤਾ ਬਾਹਰ। ਆਪਣੀ ਜੋਤ ਬਾਹਰ ਛੱਡ ਦਿੱਤੀ। ਉਦਕਰਖ ਕਰਾ ਕਰਤਾਰਾ, ਰਾਮ ਨੂੰ ਕਰਤਾਰ ਕਿਹਾ। ਪਰਮੇਸ਼ਰ ਦੇ ਹੁਕਮ ਨਾਲ ਹੋਣਾ। ਉਦਕਰਖ ਕਰਾ, ਉਦਕਰਖ ਤਾਂ ਰਾਮ ਨੇ ਕੀਤਾ, ਪਰ ਹੁਕਮ ਉਹਦੇ ਨਾਲ ਕੀਤਾ, ਉਹਦੇ ਪਾਣੀ 'ਚ ਕੀਤਾ। ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਾ ਦੇਹ ਅਪਾਰਾ। ਪ੍ਰਜਾ ਧਰਤੀਆਂ ਦੇਹਾਂ ਜਦੇ ਪੈਦਾ ਹੋਈਆਂ। ਜਾਵਾ ਕਰਖ ਕਰਤ ਹੋ ਕਬੂ, ਜਦ ਜੋਤ ਨੂੰ ਖਿੱਚ ਲੈਂਦਾ, ਤੁਮੇ ਮਿਲਤ ਦੇ ਤਰਸਾਊ। ਅੱਜ ਅੱਗੇ ਹੰਸ ਅਕੇਲਾ, ਉਹ ਹੰਸ ਦਾ ਨਾਮ ਰਾਮ ਹੈ। ਉਹ ਅੱਗੇ ਹੰਸ ਅਕੇਲਾ, ਹੰਸ ਦਾ ਨਾਮ ਰਾਮ ਹੈ। ਜਿਹੜਾ ਹੰਸ ਚੋਂ ਪੈਦਾ ਹੁੰਦਾ, ਹੰਸ ਦਾ ਜਿਹੜਾ ਮਨ ਹੈ, ਉਹ ਕ੍ਰਿਸ਼ਨ। ਮਨ ਮੈਲਾ ਮਨ ਤੋਂ ਸ਼ਬਦ ਲਾਗੋ, ਹਰਸੋ ਰਹੋ ਚਿਤ ਲਾਏ। ਮਨੇ ਧੋਣਾ। ਜਿਹਦਾ ਮਨ ਹੈ ਉਹਨੂੰ ਉਹਦੇ ਮਨ ਕਰਕੇ ਸਜਾ। ਮਨ ਕਰਕੇ 84 ਲੱਖ ਹੈ, ਤੇਰਾ ਮਨ ਠੀਕ ਨਹੀਂ ਹੈ। ਮਨ ਤੇਰਾ ਬੇਕਾਬੂ ਹੈ।
ਇਹਨੂੰ ਕਾਬੂ ਕਰ। ਮਨ ਦਾ ਮਾਲਕ ਵੀ ਕੋਈ ਹੈ, ਮਨ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਰਾਮ ਹੈ। ਇਸ ਕਰਕੇ ਇਹ ਆਪੇ ਰਾਮ ਹੈ, ਜੀਵ ਆਪੇ ਕ੍ਰਿਸ਼ਨ ਹੈ। ਸਮਝ ਲੱਗੀ ਗੱਲ ਦੀ? ਆਪੇ ਰਾਮ ਹੈ, ਆਪੇ ਕ੍ਰਿਸ਼ਨ ਹੈ, ਆਪੇ ਆਪਣੇ ਆਪ ਨੂੰ ਉਪਦੇਸ਼ਦਾ। ਆਪ ਉਪਦੇਸੇ ਸਮਝੇ, ਹਾਂ ਸਮਝੋ ਜੀ ਆਪੇ ਸਮਝ ਕ੍ਰਿਸ਼ਨ ਨੂੰ ਆਪਣੇ ਮਨ ਨੂੰ ਸਮਝਾ ਰਿਹਾ। ਕੌਣ ਸਮਝਾ ਰਿਹਾ? ਰਾਮ। ਆਪੇ ਰਚਿਆ ਸਭ ਕੇ ਸਾਥ। ਇਹ ਰਾਮ ਔਰ ਕ੍ਰਿਸ਼ਨ ਦੋਏ ਜੋੜ ਕੇ ਇੱਕ ਹੈ। ਰਾਮ ਵੀ ਹੁੰਦਾ, ਕ੍ਰਿਸ਼ਨ ਵੀ ਹੁੰਦਾ। ਤਾਂ ਹੀ ਤਾਂ ਕ੍ਰਿਸ਼ਨ ਕੀਟ ਹੈ, ਸਰੀਰ ਨਾਲ ਜੁੜਿਆ ਹੋਇਆ। ਕੀਟ ਕੌਣ ਹੁੰਦਾ? ਜਿਹੜਾ ਦੇਹਧਾਰੀ ਹੋਵੇ, ਕੀੜਾ। ਦਸਮ ਪਾਤਸ਼ਾਹ ਆਪਣੇ ਆਪ ਨੂੰ ਵੀ ਕੀਟ ਬੋਲਦੇ ਨੇ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ, ਇਸ ਕੀਟ ਪ੍ਰਤੀ ਆਪਣੇ ਆਪ ਨੂੰ ਕਹਿ ਰਹੇ ਨੇ। ਉਹ ਕੀਟ ਲਿਖ ਰਹੇ ਨੇ, ਤੁਸੀਂ ਉਹਨੂੰ ਗੁਰੂ ਕਹਿ ਰਹੇ ਹੋ। ਉਹ ਮੱਤ ਮਾਰੀ ਹੋਈ ਹੈ ਨਾ, ਮੱਤ ਜੋ ਜਾਗੀ ਨਹੀਂ। ਜਦ ਮੱਤ ਜਾਗਦੀ ਹੈ ਫਿਰ ਸਮਝ ਆਉਂਦੀ ਹੈ ਵੀ ਗੱਲ ਕੀ ਹੈ। ਜਿਨ੍ਹਾਂ ਦੀ ਮੱਤ ਜਾਗੀ ਹੋਈ ਸੀ ਉਹਨਾਂ ਨੇ ਦਸਮ ਪਾਤਸ਼ਾਹ ਨੂੰ ਆਪਣੇ ਵਰਗਾ ਹੀ ਮੰਨਿਆ। ਉਹ ਕਹਿੰਦੇ ਰਹੇ ਮੈਨੂੰ ਆਪਣੇ ਵਰਗਾ ਮੰਨੋ, ਆਪਣੇ ਵਰਗਾ ਮੰਨੋ। ਉਹਨਾਂ ਨੇ ਪੰਜ ਪਿਆਰਿਆਂ ਦਾ ਅੰਮ੍ਰਿਤ ਵੀ ਛਕ ਲਿਆ, ਅਸੀਂ ਫਿਰ ਵੀ ਨਹੀਂ ਮੰਨਿਆ, ਫਿਰ ਵੀ ਨਹੀਂ ਮੰਨਿਆ। ਜਿਨ੍ਹਾਂ ਦੀ ਬੁੱਧ ਪ੍ਰੈਸ਼ਟ ਹੈ ਉਹਨਾਂ ਨੇ ਮੰਨਣਾ ਹੀ ਨਹੀਂ। ਜਿਹਨੇ ਮੰਨ ਲਿਆ ਉਹਦੀ ਬੁੱਧ ਜਿਹੜੀ ਹੈ ਨਿਰਮਲ ਹੋਊਗੀ, ਜਿਹਨੇ ਨਹੀਂ ਮੰਨਿਆ ਉਹਦੀ ਬੁੱਧ ਭ੍ਰਸ਼ਟ ਰਹਿ ਜੂਗੀ। ਉਹਦੀ ਬੁੱਧ ਮਾਰੀ ਹੋਈ ਉਹ ਰਹਿ ਜਾਣੀ ਹੈ ਜਿਹਨੇ ਨਹੀਂ ਮੰਨਣਾ। ਗੁਰੂ ਕਹਿੰਦਾ ਤੁਸੀਂ ਗੱਲ ਗੁਰੂ ਦੀ ਮੰਨਦੇ ਨਹੀਂ, ਉਹਨੂੰ ਗੁਰੂ ਮੰਨਦੇ ਹੋ, ਗੱਲ ਮੰਨਦੇ ਨਹੀਂ। ਜਿੱਦਣ ਗੱਲ ਮੰਨ ਲਈ ਉਦੋਂ ਗੁਰੂ ਨਹੀਂ ਰਹਿਣਾ, ਉਦੋਂ ਚੇਲਾ ਗੁਰੂ ਹੋ ਜਾਣਾ। ਉਦੋਂ ਬਰਾਬਰ ਹੋਣਾ ਜਦੋਂ ਗੱਲ ਮੰਨ ਲੈਣੀ ਹੈ। ਬਰਾਬਰ ਤਾਂ ਹੁਣ ਵੀ ਨੇ, ਪਰ ਹੁਣੇ ਮੰਨਦੇ ਨਹੀਂ ਹਨ। ਉਹ ਤਾਂ ਹੁਣ ਵੀ ਬਰਾਬਰ ਮੰਨਦਾ, ਪਰ ਇਹ ਨਹੀਂ ਨਾ ਮੰਨਦੇ ਵੀ ਅਸੀਂ ਬਰਾਬਰ ਹਾਂ। ਜਿੱਦਣ ਮੰਨ ਲੈਣੀ ਹੈ ਉਦਣ ਜਾਣਾ। ਜਦ ਕਿ ਲੱਗ ਜਾਣੇ ਮੈਂ ਕੁਛ ਕਰਤਾ, ਉਦਣ ਮੰਨਣਾ ਮੈਂ ਨਹੀਂ ਕਰਦਾ, ਸਭ ਕੁਝ ਤੂੰ ਕਰਦਾ ਹੈ। ਮੈਨੂੰ ਕੋਈ ਪਾਪ ਨਹੀਂ, ਸਭ ਪਾਪ ਤੈਨੂੰ ਨੇ। ਇਹ ਜਿੱਦਣ ਮੰਨ ਲੈਣਾ ਉਦਣ ਸਭ ਕੁਝ ਬਦਲ ਜਾਣਾ। ਜਿੰਨਾ ਚਿਰ ਨਹੀਂ ਬਦਲਦਾ ਉਹਨਾਂ ਚਿਰ ਕੁਛ ਵੀ ਨਹੀਂ ਬਦਲਦਾ। ਗੱਲ ਮੰਨਣ ਤੇ ਖੜੀ ਹੈ ਬਾਣੀ ਨੂੰ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ। ਇਹ ਗੱਲ ਕਿੱਥੇ ਜਾਊਗੀ? ਕਿੱਥੇ ਜਾਊ ਗੱਲ? ਉੱਤੇ ਦੀ ਗੜਤੀ ਗੱਲ ਮੂੰਹ ਨਾਲੇ ਪੜ੍ਹਦੀ ਥੱਲੇ ਗਈ ਹੋਈ ਨਹੀਂ। ਇਹ ਗੱਲਾਂ ਸਭ ਮੂੰਹ 'ਚ ਨੇ, ਬਾਣੀ ਸਾਡੇ ਮੂੰਹ 'ਚ ਥੱਲੇ ਹੈ ਉਹ ਨਹੀਂ। ਜਿਹੜੇ ਬਨਾਰਸ ਕੇ ਠੱਗਦੇ ਉਹ ਵੀ ਐਵੇਂ ਕਰਦੇ ਹੁੰਦੇ ਸੀ। ਇਹ ਉਹਨਾਂ ਦੀ ਰੀਤ ਹੈ ਜਿਹੜੀ ਅਸੀਂ ਕਰ ਰਹੇ ਹਾਂ। ਬਨਾਰਸ ਕੇ ਠੱਗਾਂ ਦੇ ਚੇਲੇ ਉਹਨਾਂ ਦੀ ਰੀਤ ਹੈ ਸਾਡੇ ਕੋਲ। ਉਹ ਕੀ ਕਰਦੇ ਹੁੰਦੇ? ਚਿੱਟੇ ਜਿਨਕੇ ਕੱਪੜੇ, ਮੈਲੇ ਚਿੱਤ ਕਠੋਰ ਜਿਓ, ਤਿੰਨ ਮੁੱਖ ਨਾਮ। ਮੂੰਹ 'ਚ ਇਹ ਨਾਮ ਉਹਨਾਂ ਦੇ ਥੱਲੇ ਨਹੀਂ ਅਸਰ ਕਰਦਾ, ਥੱਲੇ ਜਾਣੇ ਨਹੀਂ ਦਿੰਦੇ। ਨਾ ਉਪਜੈ ਅੰਦਰ ਜੇ ਜਾਵੇ ਧਰਤੀ 'ਚ ਬੀਜ ਤਾਂ ਹੋਗੇ। ਧਰਤੀ ਤੋਂ ਤਾਂ 6 ਇੰਚ ਉੱਚਾ ਰੱਖਿਆ ਬੀਜ, 1 ਫੁੱਟ ਬੀਜ ਧਰਤੀ ਤੋਂ ਉੱਚਾ ਪਿਆ। ਧਰਤੀ 'ਚ ਜੰਮੇ ਕਿਵੇਂ, ਜੜ ਕਿਵੇਂ ਧਰਤੀ ਨਾਲ ਲੱਗੇ ਉਹਦੀ। ਇੱਥੇ ਰੱਖਿਆ ਹੈ, ਇੱਥੇ ਧਰਤੀ ਹੈ, ਥੱਲੇ ਕਿਵੇਂ ਜੰਮੂਗਾ ਜੇ ਥੱਲੇ ਜਾਂਦਾ ਹੀ ਨਹੀਂ। ਤਿੰਨ ਮੁੱਖ ਨਾਮ, ਨਾਮ ਤਾਂ ਮੂੰਹ ਦੇ ਵਿੱਚ ਰੱਖਿਆ ਹੈ। ਧਰਤੀ ਹਿਰਦੇ ਜਾਣ ਨਹੀਂ ਦਿੱਤਾ, ਜੰਮੂ ਕਿਵੇਂ ਨਾ ਉਪਜੈ। ਦੂਜੇ ਵਿਆਪੇ ਚੋਰ ਜਿਓ। ਮਾਇਆ ਵਿਆਪੀ ਹੋ ਜਾ ਉਹਨਾਂ ਨੂੰ। ਮਾਇਆ 'ਚ ਔਗਣ ਵੱਧ ਰਹੇ ਨੇ, ਔਗਣ ਵਧਾ ਰਹੇ ਨੇ। ਲੋਭ ਵਧਿਆ ਹੋਇਆ, ਹੰਕਾਰ ਵਧਿਆ ਹੋਇਆ, ਮੋਹ ਵਧਿਆ ਹੋਇਆ। ਸੇ ਮੂਲ ਨਾ ਬੁੱਝੇ ਆਪਣਾ। ਆਹ ਮੂਲ ਬੁੱਝਦੇ ਜੇ ਥੱਲੇ ਜਾਂਦਾ। ਮੂਲ ਤਾਂ ਇਹਦੇ ਨਾਲ ਬੁੱਝਣਾ ਸੀ, ਆਪਣਾ ਮੂਲ ਪਛਾਣਨਾ। ਮੂਲ ਨਾ ਬੁੱਝੇ ਆਪਣਾ, ਸੇ ਪਸੂਆ ਸੇ ਢੋਰ ਜਿਓ। ਸਾਰੇ ਸਿੱਖਾਂ ਦਾ ਇਹੀ ਹਾਲ ਹੈ ਵਿਦਵਾਨਾਂ ਦਾ।
ਪਸ਼ੂ ਨੇ, ਢੋਲ ਨੇ। ਇਹ ਅੱਜ ਸਾਡੇ ਤੇ ਲਾਗੂ ਨੇ, ਉਦੋਂ ਚਾਹੇ ਉਹਨਾਂ ਤੇ ਲਾਗੂ ਹੋਣ। ਅੱਜ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਵਿਦਵਾਨ ਵੀ ਹਾਂ, ਅਸੀਂ ਸਭ ਕੁਛ ਹਾਂ, ਅਸੀਂ ਆਪਣੇ ਆਪ ਨੂੰ ਸੰਤ ਵੀ ਮੰਨਦੇ ਹਾਂ, ਅਸੀਂ ਸਿੱਖ ਵੀ ਮੰਨਦੇ ਹਾਂ। ਉਦੋਂ ਤਾਂ ਗੁਰੂ ਅਮਰਦਾਸ ਸਿੱਖ, ਹੋਰ ਕੋਈ ਸਿੱਖ ਹੀ ਨਹੀਂ। ਉਹ ਕਿਸੇ ਹੋਰ ਨੂੰ ਕਹਿ ਰਹੇ ਨੇ ਜਿਹੜੇ ਸੰਤ ਨੇ, ਜਿਨ੍ਹਾਂ ਨੂੰ ਉਹ ਉਪਦੇਸ਼ ਦਿੰਦੇ ਨੇ, ਸਮਝਾ ਵੀ ਦਿੰਦੇ ਨੇ, ਮੰਨਦੇ ਨਹੀਂ, ਉਹਨਾਂ ਨੂੰ ਕਹਿ ਰਹੇ ਨੇ। ਅੱਜ ਅਸੀਂ ਕਿਹਨੂੰ ਕਹਾਂਗੇ? ਜਿਹੜੇ ਨਿਤਨੇਮੀ ਨੇ, ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਮਾਲਾ ਫੇਰਦੇ ਨੇ, ਜਿਹੜੇ ਗੁਰਬਾਣੀ ਤੋਂ ਕੁਛ ਲੈਣਾ ਚਾਹੁੰਦੇ ਨੇ, ਬਾਣੀ ਨੂੰ ਗੁਰੂ ਮੰਨਦੇ ਨੇ, ਅੱਜ ਉਹਨਾਂ ਨੂੰ ਕਹਾਂਗੇ। ਅੱਜ ਉਹਨਾਂ ਨੂੰ ਕਹਾਂਗੇ, ਹੋਰ ਕਿਹਨੂੰ ਕਹਾਂਗੇ? ਅੱਜ ਚਿੱਟੇ ਕੱਪੜੇ ਵਾਲੇ ਸੰਤ ਨੇ, ਅਸੀਂ ਵੀ ਚਿੱਟੇ ਪਾਉਂਦੇ ਹਾਂ, ਸਾਰੇ ਚਿੱਟੇ ਪਾ ਲੈਂਦੇ। ਕੱਪੜੇ ਦੇ ਚਿੱਟੇ ਦੀ ਜਗ੍ਹਾ ਦੂਏ ਵੀ ਪਾ ਲਓ, ਪਰ ਚਿੱਤ ਮੈਲੇ ਕਠੋਰ ਦੇ ਨਾਲ, ਉਹ ਵੀ ਤਾਂ ਸ਼ਰਤ ਹੈ। ਸਿਰਫ ਬਾਣੀ ਮੂੰਹ 'ਚ ਰਹੇ, ਥੱਲੇ ਨਾ ਜਾਣ ਦਈਏ। ਜਿਹੜਾ ਮੂੰਹ ਦੇ ਵਿੱਚ ਨਾਮ ਰੱਖਦਾ ਨਾ, ਥੱਲੇ ਉਹਦਾ ਅਸਰ ਨਹੀਂ ਜਾਣ ਦਿੰਦਾ, ਮੰਨਦਾ ਨਹੀਂ ਹੈ, ਉਹਦੇ ਵਾਸਤੇ ਪੰਕਤੀਆਂ ਨੇ। ਪਾਠ ਮੂੰਹ ਨਾਲ ਕਰਦੇ ਆ, ਮੰਨਦੇ ਹੈ ਨਹੀਂ, ਅਸਰ ਕੋਈ ਨਹੀਂ, ਬਸ ਉਹਦੇ ਵਾਸਤੇ ਹੈ। ਇਹ ਸੀ ਅੱਜ ਇਹ ਸਾਡੇ ਤੇ ਹੀ ਲਾਗੂ ਹੈ ਸਭ ਕੁਛ। ਅੱਜ ਸਾਡੇ ਤੇ ਲਾਗੂ ਹੈ, ਕਿਸੇ ਵੇਲੇ ਕਿਸੇ ਹੋਰ ਤੇ ਹੋਊਗਾ। ਭੱਬੈ ਭਾਲੈ ਸੇ ਫਲ ਪਾਵੈ, ਪੱਬਾ ਭਾਲੈ ਸੇ ਫਲ ਪਾਵੈ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਗੁਰ ਪ੍ਰਸਾਦੀ ਜਿਨ ਕੋ ਭਉ ਪਿਆ, ਜਿਹਨਾਂ ਨੂੰ ਥੋੜਾ ਗਿਆਨ ਮਿਲਿਆ, ਸਮਝ ਲੱਗ ਗਈ, ਡਰ ਪੈ ਗਿਆ ਭਈਆ ਜੀਵਨ ਚਲਿਆ ਜਾਊਗਾ, ਕੌਡੀ ਬਦਲੇ, ਫਿਰ ਪਤਾ ਨਹੀਂ ਕਦੋਂ ਨੰਬਰ ਆਉਣਾ ਕਿ ਨਹੀਂ ਆਉਣਾ, ਕਿ ਬਹੁਤ ਔਖਾ ਚਾਂਸ ਮਿਲਿਆ ਹੋਇਆ। ਜਿਹਨੂੰ ਇਹ ਜੀਵਨ ਦੀ ਸਮਝ ਆ ਗਈ, ਇਹਦੀ ਕੀਮਤ ਦੀ ਸਮਝ ਆ ਗਈ, ਔਰ ਮਾਇਆ ਦੀ ਬਹੁਤ ਹੀ, ਮਾਇਆ ਦੀ ਵੀ ਸਮਝ ਆ ਗਈ ਵੀ ਇਹ ਤਾਂ ਕੁਝ ਵੀ ਨਹੀਂ ਹੈ, ਉਹ ਟੋਲਦਾ, ਬਾਕੀ ਨਹੀਂ ਟੋਲਦਾ। ਉਹ ਖੋਜ ਕਰਦਾ, ਪੱਬਾ ਭਾਲੈ ਸੇ ਫਲ ਪਾਵੈ, ਸੇ ਫਲ ਪਾਵੈ, ਫਲ ਉਹਨੂੰ ਮਿਲਣਾ ਹੈ ਜਿਹੜਾ ਭਾਲੂਗਾ। ਤੇ ਅਸੀਂ ਤਾਂ ਭਾਲਣ ਵਾਲੀ ਗੱਲ ਨਹੀਂ, ਅਸੀਂ ਤਾਂ ਐਤ ਮਰਿਆਦਾ 'ਚ ਗੱਲ ਲਿਖੀ ਹੋ ਨਹੀਂ। ਕਿਉਂ ਨਹੀਂ ਲਿਖੀ? ਕਿਉਂਕਿ ਰਹਿਤ ਮਰਿਆਦਾ ਬਣਾਉਣੇ ਵਾਲੇ ਹੀ ਮਨਮੁਖ ਤੇ, ਸਾਰੇ ਮਨਮੁਖ ਤੇ। ਗੁਰਬਾਣੀ ਦਾ ਉਹਨਾਂ ਨੂੰ ABC ਦਾ ਵੀ ਨਹੀਂ ਸੀ ਪਤਾ, ਸੋਝੀ ਹੋਇਆ ਨਹੀਂ ਸੀ। ਨਹੀਂ, ਉਹ ਸਿਰਫ ਬਾਣੀ ਪੜ੍ਹਨ ਦੀ ਗੱਲ ਨਾ ਕਰਦੇ, ਪੰਜ ਬਾਣੀਆਂ ਦੇ ਪਾਠ ਦੀ ਆਹ ਗੱਲ ਕਰਦੇ। ਭੱਬਾ ਭਾਲੈ ਸੇ ਫਲ ਪਾਵੈ, ਜੋ ਉਹਨਾਂ ਨੇ ਰਹਿਤ ਮਰਿਆਦਾ ਜਿਹੀ ਜੀ ਬਣਾਈ, ਉਹ ਜੀ ਸਾਡੇ ਕੋਲ ਸਿੱਖੀ ਹੈ। ਜੈਸੀ ਸਾਡੀ ਰਹਿਤ ਮਰਿਆਦਾ ਉਸੀ ਸਿੱਖੀ ਹੈ, ਉਹ ਉਹਨਾਂ ਵਾਲੀ ਸਿੱਖੀ ਹੈ, ਰਹਿਤ ਮਰਿਆਦਾ ਵਾਲੀ ਗੁਰੂ ਵਾਲੀ ਸਿੱਖੀ ਨਹੀਂ ਹੈ। ਗੁਰੂ ਤਾਂ ਅਸੀਂ ਪੰਜ ਪਿਆਰਿਆਂ ਨੂੰ ਮੰਨੀ ਬੈਠੇ ਹਾਂ, ਜੋ ਉਹਨਾਂ ਨੇ ਗੱਲ ਕਹੀ ਉਹ ਮੰਨੀ ਆ, ਤਾਂ ਮੰਨੀ ਨਹੀਂ। ਇਹ ਪੰਜ ਪਿਆਰਿਆਂ ਦੇ ਉਪਦੇਸ਼ ਵਾਲੀ ਸਿੱਖੀ ਹੈ ਅੱਜ ਸਾਡੇ ਕੋਲ, ਗੁਰਬਾਣੀ ਵਾਲੀ ਸਿੱਖੀ ਨਹੀਂ ਹੈ। ਬਾਕੀ ਅਸੀਂ ਬਕਵਾਸ ਕਰਦੇ ਹਾਂ, ਸਾਰਾ ਝੂਠ ਬੋਲਦੇ ਹਾਂ, ਫਰੇਬ ਕਰਦੇ ਹਾਂ ਬਾਣੀ ਗੁਰੂ ਕਹਿ ਕੇ। ਜੇ ਬਾਣੀ ਗੁਰੂ ਹੈ, ਰਹਿਤ ਮਰਿਆਦਾ ਕਾਹਦੀ ਹੈ ਫਿਰ? ਉਹ ਤਾਂ ਬਾਣੀ ਦੇ ਖਿਲਾਫ ਹੈ, ਉਹਨੂੰ ਪੜ੍ਹ ਕੇ ਛੱਡੋ ਪਰੇ, ਫਿਰ ਉਹਨੂੰ ਪੜ੍ਹ ਕੇ ਛੱਡੋ। ਪੰਜ ਪਿਆਰਿਆਂ ਦੀ ਗੱਲ ਨੂੰ ਖਤਮ ਕਰੋ, ਰੱਦ ਕਰੋ ਉਹਨੂੰ, ਬਕਵਾਸ ਕੀਤਾ ਉਹਨਾਂ ਨੇ, ਉਹਨੂੰ ਖਤਮ ਕਰੋ, ਇਹ ਤੇ ਲਿਆਓ। ਪੰਜ ਪਿਆਰੇ ਦੀ ਕੀ ਗੱਲ ਪੰਜ ਹੈ? ਪਿਆਰੇ ਕਿਹੜੇ? ਉਹ ਜੀਰਾਂ ਨੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤੁਹਾਨੂੰ ਰੋਜ਼, ਇਹੀ ਦਲੀਲ ਦਿੰਦੇ ਨੇ। ਪੰਜ ਪਿਆਰੇ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰੋ, ਗੁਰੂ ਦੱਸ ਕਿੱਥੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੋ? ਕੀ ਤਾਂ ਪੁੱਛ ਕੇ ਗਿਆ ਪੰਜ ਪਿਆਰਿਆਂ ਨੇ? ਆਪਣੀ ਮਰਜ਼ੀ ਕੀਤੀ। ਉਹ ਗੁਰੂ ਇੱਥੇ ਹੈ, ਉਹ ਗੁਰੂ ਨੇ, ਉਹ ਗੁਰੂ ਦੇ ਪਿਆਰੇ ਨੇ। ਗੁਰੂ ਦੇ ਪਿਆਰੇ ਤਾਂ ਨੇ ਜੇ ਗੁਰੂ ਦੀ ਗੱਲ ਦੱਸਣ ਇਮਾਨਦਾਰੀ ਨਾਲ। ਗੁਰੂ ਨਾਲ ਦਾ ਧਰੋਹ ਕਰਦੇ ਨੇ ਉਹ। ਨਾਲੇ ਜਿਹੜਾ ਕੋਈ ਮੂਰਖ ਹੁੰਦਾ, ਕਿਸੇ ਦੀ ਔਲਾਦ ਮੂਰਖ ਹੋਵੇ ਬਹੁਤ, ਕੀ ਉਹ ਪਿਆਰਾ ਹੁੰਦਾ?
ਮੂਰਖ ਵੀ ਪਿਆਰਾ ਲੱਗਦਾ ਹੁੰਦਾ ਕਿਸੇ ਨੂੰ, ਚਾਹੇ ਆਪਣੀ ਮੁੰਡਾ ਹੀ ਹੋਵੇ, ਭਾਈਓ ਹੋਵੇ, ਕੁਝ ਵੀ ਹੋਵੇ। ਸ੍ਰੀ ਚੰਦ ਕਿੰਨਾ ਕੁ ਪਿਆਰਾ ਲੱਗਦਾ ਸੀ ਨਾਨਕ ਨੂੰ, ਕਿੰਨਾ ਕੁ ਪਿਆਰਾ ਲੱਗਦਾ ਸੀ। ਅਸੀਂ ਅੰਦਰ ਇਹ ਨਹੀਂ ਚੱਕੇ ਆਪਣੇ ਕਦੇ। ਰਾਮ ਰਾਏ ਕਿੰਨਾ ਕੁ ਪਿਆਰਾ ਲੱਗਦਾ ਸੀ ਛੇਵੇਂ ਪਾਤਸ਼ਾਹ ਨੂੰ, ਕਿੰਨਾ ਕੁ ਪਿਆਰਾ ਲੱਗਦਾ ਸੀ। ਪਿਆਰੇ ਉਹ ਸੀ ਜਿਹੜੇ ਜਿਵੇਂ ਕਿਹਾ ਬਾਪ ਨੇ ਉਵੇਂ ਚੱਲੇ। ਸਾਹਿਬਜ਼ਾਦੇ ਪਿਆਰੇ ਸੀ ਦਸਮ ਪਾਤਸ਼ਾਹ, ਨਿਕਲਿਆ ਨਾ ਅੱਖ ਚੋਂ ਪਾਣੀ ਸਿਵੇ ਆਇਆ, ਉਹ ਪਿਆਰੇ ਸੀ। ਉਹਨਾਂ ਨੇ ਉਹ ਫੁੱਲ ਚੜਾਏ ਉਸ ਗੱਲ ਤੇ ਜਿਹੜੀ ਉਪਦੇਸ਼ ਦਿੱਤਾ ਸੀ। ਅਜੀਤ ਸਿੰਘ ਔਰ ਜੁਝਾਰ ਸਿੰਘ ਪਿਆਰੇ ਸੀ। ਉਹਨਾਂ ਨੇ ਜੋ ਰਵਾਇਤ ਸੀ ਆਪ ਕਿਹਾ ਜੰਗ ਨੂੰ ਮੈਂ ਜਾਣਾ, ਬਾਪ ਨੂੰ ਨਹੀਂ ਕਹਿਣਾ ਪਿਆ ਵੀ ਤੁਸੀਂ ਜਾਓ ਭਾਈ, ਹੁਣ ਕਹਿੰਦੇ ਅਸੀਂ ਜਾਣਾ ਆਪ। ਗੱਲ ਹੋਈ ਨਾ। ਕਿਹੜੇ ਸਿੱਖ ਨੇ ਕਿਹੜੀ ਸਿੱਖੀ ਦੀ ਗੱਲ ਕਰਦੇ ਨੇ? ਸਿੱਖੀ ਕਿੱਥੋਂ ਆ ਜਾਵੇ? ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਰਦੇ ਹੋ? ਗੁਰੂ ਇਹਨੂੰ ਮੰਨਦੇ ਹੋ, ਝੂਠ ਕਾਹਦੇ ਬੋਲਦੇ ਹੋ? ਫਰੇਬ ਕੀਤਾ ਗੁਰੂ ਨੂੰ ਅਸੀਂ, ਫਰੇਬ, ਔਰ ਕਰ ਰਹੇ ਹਾਂ ਫਰੇਬ ਜਾਣ ਕੇ। ਅਸਲ 'ਚ ਸਿੱਖੀ ਕਾਹਦੀ ਹੈ? ਸਿੱਖ ਅਸੀਂ ਗੁਰੂ ਦੇ ਹੈ ਹੀ ਨਹੀਂ। ਸਿੱਖ ਅਸੀਂ ਜੋ ਗੋਲਕ ਦੇ, ਸੱਚ ਇਹ ਹੈ ਅਸੀਂ ਗੋਲਕ ਦੇ ਸਿੱਖ। ਗੋਲਕ ਦਾ ਹੀ ਹਿਸਾਬ ਹੈ। ਗੋਲਕ ਖਾਤਰ ਨੌਕਰ ਰੱਖੇ ਨੇ, ਗੋਲਕ ਖਾਤਰ ਰਜਿਸਟਰ ਨੇ, ਗੋਲਕ ਖਾਤਰ ਕੰਪਿਊਟਰ ਨੇ। ਗੋਲਕ ਦਾ ਹਿਸਾਬ ਹੈ ਬਜਟ ਕਿੰਨੇ ਦਾ, ਕਿੱਥੇ ਲੱਗਿਆ ਕਿ ਨਹੀਂ ਲੱਗਿਆ, ਲਿਆਓ ਰਸੀਦਾਂ, ਦੋ ਰਸੀਦਾਂ। ਇਹਨੂੰ ਕਿੰਨਾ ਮੰਨਿਆ ਕਿਸੇ ਨੇ, ਕਿੰਨਾ ਨਹੀਂ ਮੰਨਿਆ, ਇਹਦਾ ਹਿਸਾਬ ਹੈ ਕਿੱਥੇ? ਜਿੰਨੇ ਮੁਲਾਜ਼ਮ ਨੇ ਸਭ ਗੋਲਕ ਦਾ ਹਿਸਾਬ ਰੱਖਣ ਵਾਲੇ ਨੇ। ਗੁਰੂ ਦੀ ਗੱਲ ਦਾ ਹਿਸਾਬ ਰੱਖਣ ਵਾਲਾ ਹੈ ਕੋਈ ਤੁਹਾਡੇ 'ਚ, ਕਿਸੇ ਗੁਰਦੁਆਰੇ 'ਚ? ਵੀ ਪਿਛਲੇ ਸਾਲ ਪੋਜੀਸ਼ਨ ਕੀ ਸੀ ਸਿੱਖਾਂ ਦੀ, ਅੱਜ ਪੋਜੀਸ਼ਨ ਕੀ ਹੈ? ਇਹ ਢਹਿੰਦੀਆਂ ਕਲਾਂ ਵੱਲ ਨੂੰ ਕਿਉਂ ਜਾਂਦੀ ਹੈ ਸਿੱਖੀ? ਰਿਜ਼ਲਟ ਕਿਉਂ 0% ਆ ਰਿਹਾ? ਇਹਦਾ ਵੀ ਕਦੇ ਖਿਆਲ ਕੀਤਾ? ਕਿੰਨੇ ਪਾਸ ਹੋ ਕੇ ਨਿਕਲੇ ਇੱਥੋਂ ਸਕੂਲ 'ਚੋਂ? ਇਹ ਕੌਣ ਕਰੂਗਾ? ਲੋੜ ਨਹੀਂ ਇਹਦੀ ਹੈ, ਲੋੜ ਗੋਲਕ ਦੀ ਹੈ। ਗੋਲਕ ਨਾ ਘਟ ਜਾਵੇ, ਗੋਲਕ ਘਟ ਗਈ ਚਿੰਤਾ ਹੈ, ਸਿੱਖੀ ਘਟ ਗਈ ਕੋਈ ਚਿੰਤਾ ਨਹੀਂ। ਖਸਮ ਛੋੜ ਦੂਜੇ ਲੱਗੇ। ਖਸਮ ਕੌਣ ਹੈ? ਇਹ ਸੱਚ ਸਭਨਾ ਕਾ ਖਸਮ ਹੈ। ਆਦ ਸੱਚ ਪਹਿਲਾਂ ਲਿਖਿਆ ਸੀ, ਆਦ ਸੱਚ ਇਹਦੇ ਨਾਲ ਜੋੜਿਆ ਸੀ ਨਾ, ਖਸਮ ਨਾਲ ਜੋੜਿਆ ਸੀ। ਆਦ ਸੱਚ ਲਿਖ ਕੇ ਖਸਮ ਨਾਲ ਜੋੜਿਆ ਸੀ, ਬਸ ਛੱਡਤਾ। ਮਾਇਆ ਝੂਠੀ ਮਾਇਆ ਨਾਲ ਜੋੜ, ਦੂਜੇ ਲਗੇ। ਦੂਜੀ ਕੀ ਹੈ? ਮਾਇਆ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਤੇ ਡੁੱਬਦੇ ਨਾ ਹੋਰ ਕੀ ਹੋਊਗਾ? ਕਿਉਂ ਨਾ ਡੁੱਬਦੇ? ਕਿਉਂ ਨਾ ਡੁੱਬਦੇ? ਹੁਣ ਕੀ ਕਰਦੇ ਨੇ? ਹੁਣ ਇਹ ਕਰਦੇ ਨੇ ਵੀ ਇੱਧਰ ਨੂੰ ਤਾਂ ਜਾਣਾ ਨਹੀਂ। ਉਹ ਮੁੰਡੇ ਗਏ, ਉਹ ਮੁੰਡੇ ਨੇ ਸਿਰ ਬਣਾ ਲਿਆ ਹੋਇਆ, ਇਹ ਕਰਿਆ, ਇਹਨਾਂ ਨੂੰ ਨਸ਼ੇ ਖਾਣ ਲੱਗੇ। ਇਹਨੂੰ ਵੀ ਸਾਡੇ ਵੱਲ ਨੂੰ ਗੁਲਣਾ ਜਾਏ। ਜਿਹੜੇ ਦਾੜੀ ਵਾਲੇ ਉਹੀ ਵੱਜੋ, ਦਫਾ ਕਰੋ। ਜਿਹੜੇ ਭੱਜ ਗਏ 40 ਮੁਕਤਾਂ ਦੀ ਮਗਰ ਗਏ ਤੇ ਕੋਈ ਉਹਨਾਂ ਨੂੰ ਲੈਣ ਬਣਾਉਣ ਗਿਆ ਸੀ ਕੋਈ, ਜਿਹਨੂੰ ਲੋੜ ਆ ਪਿਆ ਕੇ ਉਹ ਛੱਡ ਕੇ ਚਲੇ ਗਏ ਸੀ ਅਨੰਦਪੁਰ ਸਾਹਿਬ ਤੇ। ਕੋਈ ਮਗਰ ਗਿਆ ਸੀ, ਭੇਜਿਆ ਸੀ ਉਹਨਾਂ ਦੇ। ਤੁਸੀਂ ਉਹਨਾਂ ਦੀ ਮਗਰਾਂ ਤੇ ਭੱਜਦੇ ਹੋ। ਦਫਾ ਹੁਣ ਜਿਹੜਾ ਚਲੇ ਗਏ ਜਾਣ ਦਿਓ। ਦੁਨੀ ਜਾਂਦੇ ਕੋਈ ਮਗਰ ਗਿਆ ਸੀ, ਭੱਜ ਗਿਆ। ਤੁਸੀਂ ਕੀ ਲੈਣਾ ਉਹਨਾਂ ਤੇ? ਤੁਸੀਂ ਆਪ ਕੀ ਕਰਦੇ ਹੋ? ਆਪ ਸਿੱਖ ਬਣ ਜਾਓ। ਜੇ ਪਲਟ ਕੇ ਉਹਨਾਂ ਨੇ ਪੁੱਛ ਲਿਆ ਨਸ਼ੇ ਵਾਲਿਆਂ ਨੂੰ ਵੀ ਤੁਸੀਂ ਕਹੇ ਜੇ ਸਿੱਖ ਹੋ, ਤੁਹਾਡੇ ਪੱਲੇ ਕੀ ਹੈ? ਕੀ ਜਵਾਬ ਦਓਗੇ ਤੁਸੀਂ? ਗੁਰਬਾਣੀ ਤਾਂ ਨਸ਼ਿਆਂ ਦੇ ਖਿਲਾਫ ਕੋਈ ਗੱਲ ਕਹੀ ਹੋ ਨਹੀਂ ਹੋਈ।
ਤੁਸੀਂ ਕਾਹਤੇ ਕਹਿੰਦੇ ਹੋ? ਜਿਹੜੇ ਨਸ਼ੇ ਦੇ ਖਿਲਾਫ ਗੁਰਬਾਣੀ ਨੇ ਉਂਗਲੀ ਉਠਾਈ ਹੈ ਉਹ ਤਾਂ ਤੁਸੀਂ ਪੀਂਦੇ ਹੋ ਜ਼ਿਆਦਾ ਸਾਡੇ ਨੂੰ ਵੀ। ਦੁਰਮਤ ਮੱਧ ਜੇ ਪੀਵਤੇ, ਅਸੀਂ ਤਾਂ ਧਰਮ ਛੱਡਤਾ। ਜਿਹਨੇ ਛੱਡਤਾ ਲਾਗੂ ਨਹੀਂ, ਉਹਦੇ ਤੇ ਕਾਨੂੰਨ ਲਾਗੂ ਨਹੀਂ। ਤੁਸੀਂ ਧਾਰਮਿਕ ਹੋ, ਤੁਸੀਂ ਦੁਰਮਤ ਮੱਧ ਕਿਉਂ ਪੀਂਦੇ ਹੋ? ਅਸੀਂ ਜੋ ਮਰਜ਼ੀ ਪੀ, ਅਸੀਂ ਤਾਂ ਧਰਮ ਹੀ ਛੱਡਤਾ। ਇਹਦਾ ਸਿੱਖ ਨੇ ਅਸਤੀਫਾ ਦੇ ਦਿੱਤਾ ਗੁਰੂ ਨੂੰ। ਅਸੀਂ ਤਾਂ ਬੇਮੁਖ, ਤੁਸੀਂ ਤਾਂ ਬੇਮੁਖ ਨਹੀਂ। ਤੁਸੀਂ ਕੀ ਕਰਦੇ ਹੋ? ਜੇ ਪਲਟ ਕੇ ਉਹਨਾਂ ਨੇ ਕਹਿ ਦਿੱਤਾ ਫਿਰ ਕੀ ਜਵਾਬ ਦੇਣਗੇ? ਕੱਢ ਰਹੇ ਜੇ ਖੜੇ ਨੇ, ਉਹ ਨਹੀਂ ਖੜੇ। ਜੋ ਕੋਈ ਕਢਾਉਣ ਵਾਲਾ ਮਿਲਿਆ ਨਹੀਂ ਨਾ। ਜਿੰਨੇ ਸਿੱਖ ਦਾੜੀਆਂ ਵਾਲੇ ਨੇ, ਕਿਰਪਾਨਾਂ ਵਾਲੇ ਨੇ, ਉਹ ਮੁਲਜ਼ਮ ਨੇ। ਜਿਹੜੇ ਛੱਡ ਗਏ ਸਿੱਖੀ ਨੂੰ, ਉਹ ਮੁਲਜ਼ਮ ਨਹੀਂ ਹੈ। ਤੇ ਛੱਡ ਗਏ। ਜਿਹੜਾ ਫੌਜ ਦੇ ਵਿੱਚ ਨੌਕਰੀ ਤਨਖਾਹ ਲੈਂਦਾ, ਨੌ ਚੱਲਦਾ ਫੌਜ 'ਚ, ਜ਼ਿੰਮੇਵਾਰ ਉਹ ਹੈ। ਗੋਲੀ ਦੇ ਮੂਹਰੇ ਉਹਨੇ ਜਾਣਾ। ਸਿਵਲ ਵਾਲਿਆਂ ਨੂੰ ਤਾਂ ਚੱਕ ਕੇ ਸਮਾਨ ਪਿੱਛੇ ਭੱਜ ਜਾਣਾ। ਸਿਵਲ ਵਾਲੇ ਤਾਂ ਨੌ ਕਟਾਇਆ ਹੈ, ਸਾਡੇ ਤਾਂ ਵਾਹਦਾ ਨਹੀਂ ਜੇ ਲੜਨਾ। ਉਹਨੇ ਤਾਂ ਪਿੱਛੇ ਜਾਣਾ ਸਮਾਨ ਚੱਕ ਕੇ, ਵੀ 40-50 ਮੀਲ ਪਿੱਛੇ ਚਲੇ ਜਾਓ, ਲੜਾਈ ਹੈ ਇੱਥੇ। ਫੌਜੀ ਤਾਂ ਨਹੀਂ ਆ ਸਕਦਾ ਪਿੱਛੇ। ਤੁਸੀਂ ਪਿੱਛੇ ਕਿਉਂ? ਤੁਸੀਂ ਗੋਲੀ ਦੇ ਮੂਹਰੇ ਕਿਉਂ ਨਹੀਂ ਜਾਂਦੇ? ਕਿੱਡੇ ਸ਼ੈਤਾਨ ਨੇ, ਰੌਲਾ ਹੀ ਹੋਰ ਪਾਇਆ ਹੈ। ਕਿਹੜੀ ਗੁਰਬਾਣੀ ਦੀ ਪੰਕਤੀ ਤੋਂ ਸਾਬਤ ਕਰੋਗੇ ਤੁਸੀਂ? ਇਹ ਤੁਸੀਂ ਆਪਣੀ ਸਿੱਖੀ ਬਚਾ ਲਓ ਜਿਹੜੀ ਤੁਹਾਡੇ ਅੰਦਰ ਹੈ। ਗੁਰਬਾਣੀ ਕਹਿੰਦੀ ਹੈ ਸਭ ਨਾਲ ਆਪੋ ਆਪਣੀ, ਮੈਂ ਆਪਣੀ ਪਈ। ਤੁਹਾਨੂੰ ਆਪਣੀ ਕਿਉਂ ਨਹੀਂ ਪਈ? ਤੁਹਾਨੂੰ ਦੂਆ ਤਾਂ ਕੀ ਲੈਣਾ? ਸਭ ਨਾਲ ਆਪੋ ਆਪਣੀ, ਮੈਂ ਆਪਣੀ ਪਈ। ਕੀ ਮਤਲਬ ਸੀ? ਤੁਸੀਂ ਆਪਣੀ ਕਰੋ, ਤੂੰ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ? ਤੂੰ ਗਠੜੀ ਸੰਭਾਲਦਾ ਨੂੰ ਚੋਰ ਨਾਲ ਕੀ? ਆਪਣੀ ਗਠੜੀ ਕਰ। ਕੁਛ ਨਹੀਂ, ਗੱਲਾਂ ਕਰਦੇ ਨੇ ਲੋਕਾਂ ਦੀ ਸਿੱਖੀ ਦੀ। ਸਿੱਖ ਬਣਾ ਲੈਣਗੇ ਸਾਰਿਆਂ ਨੂੰ। ਆਪੇ ਬਣ ਜਾਣ ਸਿੱਖ, ਆਪੇ ਬਣ ਜਾਣ। ਲੈਣਾ ਆਪ ਸਿੱਖ ਬਣਿਆ, ਕਿਸੇ ਨੂੰ ਨਹੀਂ ਕਿਹਾ ਸਿੱਖ ਬਣੋ ਨੇ। ਜਿੰਨਾ ਚਿਰ ਸਿੱਖ ਬਣ ਨਹੀਂ ਗਿਆ, ਕਿਹਾ ਨਹੀਂ ਕਿਸੇ ਨੂੰ ਸਿੱਖ ਬਣ ਜਾਓ। ਫਿਰ ਵੀ ਜਿਹੜਾ ਆ ਗਿਆ ਕੋਲ, ਆਪੇ ਚੱਲ ਕੇ ਉਹਨੂੰ ਕਿਹਾ ਤੂੰ ਬਣ ਜਾ ਭਾਈ। ਉਹ ਕਹਿੰਦਾ ਮੈਂ ਸਿੱਖ ਬਣਨਾ, ਕਦੋਂ ਬਣ ਜਾ। ਆਪੇ ਆਇਆ ਨਾ, ਲੈਣ ਤਾਂ ਲੈਣ ਨਹੀਂ ਗਿਆ ਉਹਨੂੰ। ਨਾਨਕ ਉਪਦੇਸ਼ ਕਰਨ ਜ਼ਰੂਰ ਗਿਆ ਸਾਰਿਆਂ ਨੂੰ, ਦੱਸਣ ਗਿਆ ਸਰ। ਜੇ ਮੰਨਿਆ ਨਾ ਮੰਨਿਆ ਉਹਦੀ ਮਰਜ਼ੀ। ਛਿੱਟਾ ਦੇ ਦਿੱਤਾ, ਜਿੱਥੇ ਜੰਮਿਆ ਦਾਣਾ ਜੰਮਿਆ, ਨਾ ਜੰਮਿਆ ਨਾ ਸਹੀ। ਦੱਸਣਾ ਫਰਜ਼ ਸੀ, ਦੱਸ ਦਿੱਤਾ। ਉਹਦੇ ਖਾਤਰ ਬੱਚੇ ਵੀ ਛੱਡਣੇ ਪਏ, ਘਰ ਵੀ ਛੱਡਣਾ ਪਿਆ, ਪੈਦਲ ਤੁਰਨਾ ਵੀ ਪਿਆ, ਕਸ਼ਟ ਵੀ ਸਹਿਣਾ ਪਿਆ। ਅਲੱਗ ਗੱਲ ਹੈ। ਆਪਣੀ ਡਿਊਟੀ ਕੀਤੀ, ਡਿਊਟੀ ਸੀ। ਇੱਕ ਵਾਰ ਦੱਸਦਾ, ਦੂਏ ਨੂੰ ਗੁਰੂ ਨੂੰ ਨਹੀਂ ਕਿਹਾ ਵੀ ਤੂੰ ਜਾਈ। ਦੂਏ ਨੂੰ ਨਹੀਂ ਕਿਹਾ। ਇਹਦੇ ਸੰਤ ਰੋਜ਼ੇ ਤੁਰੇ ਰਹਿੰਦੇ ਨੇ। ਕੀ ਕਰਦੇ ਨੇ ਰੋਜ਼ ਤੁਰ ਕੇ? ਕੀ ਕਰਦੇ ਨੇ? ਆ ਜਿਹੜੇ ਅਸੀਂ ਜਲੂਸ ਕੱਢ ਕੇ ਕੀ ਕਰਦੇ? ਰੋਜ਼ ਤੁਰੇ ਰਹਿੰਦੇ। ਕੀ ਕਰ ਜਾਂਦੇ ਰੋਜ਼? ਫਿਰ ਕੋਈ ਨਹੀਂ ਗਿਆ। ਫਿਰ ਗਏ ਡਿਮਾਂਡ ਤੇ, ਫਿਰ ਗਏ ਨੇ ਡਿਮਾਂਡ ਤੇ ਗਏ। ਜੇ ਡਿਮਾਂਡ ਆਈ ਹੈ ਕਿਤੋਂ ਸੰਗਤ ਦੀ, ਫਿਰ ਗਏ ਨੇ। ਫਿਰ ਦਾਇਰਾ ਨੇੜੇ ਦਾ ਹੀ ਰੱਖਿਆ। ਜਾਂ ਫਿਰ ਕਿਤੇ ਹੋਰ ਵਜ੍ਹਾ ਨਾਲ ਜਾਣਾ ਪੈ ਗਿਆ, ਜਿਵੇਂ ਪਟਨੇ ਜਾਣਾ ਪੈ ਗਿਆ ਸੀ, ਜਿੱਥੇ ਜਾਣਾ ਪ੍ਰਚਾਰ ਤਾਂ ਉਹੀ ਕਰਨਾ। ਉਹ ਵੀ ਖੇਡ ਪਰਮੇਸ਼ਰ ਨੇ ਵਰਤਾਈ ਸੀ, ਚਲੇ ਗਏ ਪਟਨੇ। ਹਜ਼ੂਰ ਸਾਹਿਬ ਵੀ ਜਾਣਾ ਪੈ ਗਿਆ ਸੀ। ਆਖਰ ਪਹਾੜੇ ਵਿੱਚ ਤਾਂ ਸਭ ਨੂੰ ਚੱਲਣਾ ਹੀ ਪੈਣਾ। ਗੁਰੂ ਨਾਨਕ ਮੱਥ ਕੇ ਗਏ। ਉਹਨਾਂ ਦਾ ਇੱਕ ਟੂਰ ਪ੍ਰੋਗਰਾਮ ਸੀ ਸਾਰਿਆਂ ਨੂੰ ਦੱਸਣ ਦਾ। ਉਹੋ ਜਿਹਾ ਪ੍ਰੋਗਰਾਮ ਟੂਰ ਕਿਸੇ ਦਾ ਨਹੀਂ ਸੀ ਬਾਅਦ 'ਚ।
ਉਹ ਦੱਸਿਆ ਇੱਕ ਵਾਰ ਸਾਨੂੰ। ਪੱਪਾ ਭਾਲੈ ਸੇ ਫਲ ਪਾਵੈ ਸੇ ਫਲ ਪਾਵੈ। ਗੁਰ ਪ੍ਰਸਾਦੀ ਜਿਨ ਕੋ ਲੋਕ ਭਾਲਦੇ ਤੇ ਨਾਨਕ ਨੇ ਭਾਲ ਲਿਆ, ਦੱਸ ਕੇ ਆਇਆ ਸਾਰਾ। ਸਾਧਨ ਹੈ ਨਹੀਂ ਸੀ ਹੋਰ ਕੋਈ। ਹੁਣ ਤਾਂ ਸਾਧਨ ਨੇ, ਅਖਬਾਰਾਂ ਛਾਪ ਦੋਗੇ ਤੁਸੀਂ, ਟੈਲੀਵਿਜ਼ਨ ਤੇ ਦੱਸ ਦੋਗੇ, ਇੰਟਰਨੈਟ ਤੇ ਪਾ ਦੋਗੇ। ਉਦੋਂ ਸਾਧਨ ਹੈ ਨਹੀਂ ਸੀ ਕੋਈ। ਸਾਧਨ ਇਹੀ ਸੀ। ਫਿਰ ਇਹ ਜਾ ਕੇ ਬੈਠ ਕੇ ਸਮਝਾਉਣ ਵਾਲੀ ਉਹ ਗੱਲ ਸੀ। ਜਿਹੜੇ ਟੋੜਦੇ ਨੇ, ਭਾਲਦੇ ਨੇ, ਲੱਭ ਲੈਂਦੇ ਨੇ, ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਇਹਦਾ ਮਤਲਬ ਕੁਝ ਕੱਲ ਭਾਲਣ ਵਾਲੀ ਹੈ। ਖੋਜ ਦਾ ਵਿਸ਼ਾ ਹੈ, ਨਾ ਪੜ੍ਹਨ ਦਾ ਵਿਸ਼ਾ, ਨਾ ਪਾਠ ਦਾ ਵਿਸ਼ਾ। ਪੜ੍ਹਨਾ ਪਾਠ ਪਿੱਛੇ ਚੱਲਦਾ ਸੀ, ਪਾਠ ਪੜ੍ਹਿਓ ਪਿੱਛੇ ਚੱਲਦਾ ਸੀ। ਉਹ ਤਾਂ ਖੰਡਨ ਕੀਤਾ ਹੋਇਆ ਜਿਹੜਾ ਅਸੀਂ ਅੱਜ ਬਣਾਇਆ ਹੋਇਆ। ਉਹਨੇ ਅਖੰਡ ਪਾਠ ਇੱਥੇ ਰੱਖੇ ਹੋਏ ਨੇ ਲੋਕਾਂ ਨੇ ਕਿ ਹਰਿਮੰਦਰ ਸਾਹਿਬ 'ਚ ਕਾਹਦੇ ਵਾਸਤੇ ਰੱਖੇ ਨੇ? ਪੈਸੇ ਵਾਸਤੇ। ਪੈਸੇ ਵਾਸਤੇ ਰੱਖੇ ਨੇ, ਆਮਦਨ। ਕੀ ਇਹ ਕਹਿ ਨਹੀਂ ਸਕਦੇ ਵੀ ਇਹ ਬੰਦ ਕੀਤਾ ਗੁਰੂ ਨੇ, ਅਸੀਂ ਨਹੀਂ ਕਰਨਾ ਹੈ? ਕਿਉਂ ਕਰਦੇ ਹੋ? ਕਿਉਂ ਨਹੀਂ ਕਹਿੰਦੇ? ਭਾਈ ਮਨ ਮਾਇਆ ਹੱਥ ਵਿਕਾਨਾ। ਮਨ ਮਾਇਆ ਦੇ ਹੱਥ ਵਿਕ ਚੁੱਕਿਆ ਇਹ ਸਾਰੇ। ਇਹਨਾਂ ਸਿੱਖੀ ਵੇਚਦੀ ਮਾਇਆ ਬਟੇ। ਸਿੱਖੀ ਤਾਂ ਵੇਚਦੀ ਇਹਨਾਂ ਨੇ। ਰੌਲਾ ਪਾਉਂਦੇ ਨੇ ਉਹਨਾਂ ਦਾ, ਜਿਹੜੇ ਨਸ਼ਾ ਖਾਂਦੇ ਨੇ, ਜਿਹੜੇ ਕੇਸ ਨਹੀਂ ਰੱਖਦੇ। ਜੇ ਭਲਾ ਉਹ ਕਹਿ ਦੇਣ ਵੀ ਅਸੀਂ ਤਾਂ ਬਗਾਵਤ ਕੀਤੀ ਹੈ ਤੁਹਾਡੇ ਖਿਲਾਫ ਸਿੱਖੀ ਦੇ, ਅਸੀਂ ਗੁਰੂ ਨੂੰ ਬਦਨਾਮ ਨਹੀਂ ਕਰਨਾ, ਇਹੋ ਜਿਹੇ ਸਿੱਖ ਅਸੀਂ ਬਣਨਾ ਨਹੀਂ ਚਾਹੁੰਦੇ, ਗੁਰੂ ਬਦਨਾਮ ਹੁੰਦਾ ਜਿਹੇ ਤੁਸੀਂ ਹੋ। ਕੀ ਜਵਾਬ ਦੇਣਗੇ? ਹੈ ਕੋਈ ਜਵਾਬ? ਅਸੀਂ ਕਿਰਪਾਨ ਵਾਲਿਆਂ ਦੇ ਖਿਲਾਫ ਬਗਾਵਤ ਕੀਤੀ ਹੈ, ਸਿੱਖੀ ਦਾ ਸਾਨੂੰ ਗਿਆਨ ਨਹੀਂ, ਇਹੋ ਜਿਹਾ ਆਚਰਣ ਅਸੀਂ ਦਾੜੀ ਰੱਖ ਕੇ ਨਹੀਂ ਕਰਨਾ, ਗੁਰੂ ਬਦਨਾਮ ਹੁੰਦਾ ਸਾਡਾ। ਗੁਰੂ ਨੂੰ ਲੋੜ ਪਊਗੀ ਫਿਰ ਅਸੀਂ ਆ ਜਾਵਾਂਗੇ, ਤੁਹਾਡੇ ਮੂਹਰੇ ਰਹਾਂਗੇ। ਦੇਖੋ ਲੋੜ ਪਊ ਫਿਰ ਤੁਹਾਡੇ ਮੂਹਰੇ ਰਹਾਂਗੇ। ਅੱਗੇ 47 'ਚ ਵੀ ਰਹੇ, ਹੁਣ ਵੀ ਰਹਿਣਗੇ ਜੇ ਲੋੜ ਪੈ ਜੂਗੀ। ਇਹਨਾਂ ਨੂੰ ਮੂਹਰੇ ਹੀ ਰਹਿਣਗੇ। ਗੋਲ ਕਧਾਰੀ ਭੱਜਣਗੇ, ਉਹਨਾਂ ਨੇ ਭੱਜਣਾ ਨਹੀਂ, ਸਿਰ ਉਹੀ ਰਹਿਣਗੇ। ਫਿਰ ਜੇ ਲੋੜ ਪਈ ਦੱਸਾਂਗੇ। ਸਿੱਖ ਇਹਨਾਂ 'ਚੋਂ ਵਧੀਆ ਨਿਕਲਣਗੇ, ਇਹਨਾਂ 'ਚੋਂ ਨਹੀਂ ਨਿਕਲਣਾ ਜਿਹੜੇ ਬਚੇ ਹੋਏ ਨੇ। ਕੋਈ ਗੱਲਾਂ ਨਿਕਲੂ ਇਹਨਾਂ 'ਚੋਂ। ਜੇ ਇਹ ਸਿੱਖੀ ਉਹ ਚਾਹੁੰਦੇ ਨੇ ਨਾ, ਉਹ ਜੀ ਇਹਨਾਂ ਕੋਲ ਹੈ ਨਹੀਂ। ਕੀ ਕਰਨਾ? ਕੀ ਕਰ? ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਮਨਮੁਖ ਫਿਰੈ ਨਾ ਚੇਤੈ ਮੂੜੇ, ਲੱਖ 84 ਫੇਰ ਪਿਆ। ਮਨਮੁਖ ਫਿਰਦੇ ਨੇ, ਮਨਮੁਖ ਨੇ ਸਾਰੇ ਫਿਰਦੇ ਨੇ, ਫਿਰ ਵੀ ਨਹੀਂ ਜਾਗਦੇ। ਸਭ ਬਾਣੀ ਕਹਿ ਰਹੀ ਹੈ। ਕੋਈ ਜਾਗਦਾ ਕਿ ਪੜ੍ਹਦੇ ਨਹੀਂ? ਕਿ ਜਿਹੜੇ ਗ੍ਰੰਥੀ ਨੇ ਬੜੇ ਬੜੇ ਇਹਨਾਂ ਦੇ ਤਖਤਾਂ ਦੇ ਲੱਗੇ, ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ? ਸਭ ਪਤਾ ਹੈ। ਜਦ ਮਨ ਹਰਾਮੀ ਹੋ ਜਾਵੇ ਫਿਰ ਹੁਜਤਾਂ ਬਥੇਰੀਆਂ ਨੇ। ਕਹਦੇ ਜੀ ਕੀ ਕਰੀਏ, ਲੋਕਾਂ ਦੀ ਸ਼ਰਧਾ ਬੇਰੀ ਕਿਵੇਂ ਪੜਦੀ ਹੈ? ਤੇ ਗੁਰੂ ਦੀ ਗੱਲ ਨੂੰ ਟਾਲ ਸਕਦੇ ਆ। ਲੋਕਾਂ ਦੀ ਸ਼ਰਧਾ ਜਿਹੜੀ ਹੈ ਉਹਦਾ ਡਰ ਹੈ। ਲੋਕਾਂ ਪਬਲਿਕ ਦਾ ਡਰ ਹੈ, ਗੁਰੂ ਦਾ ਡਰ ਨਹੀਂ ਹੈ। ਮਨਮੁਖਾਂ ਦਾ ਡਰ ਹੈ ਬਈ ਗੁਰਦੁਆਰੇ ਆਉਣ ਤੇ ਹਟ ਜਾਣਗੇ। ਸਿੱਖੀ ਹੈ ਇਸ ਕੀ ਕਹਦੀ? ਇਹਨੂੰ ਕੌਣ ਕਹਿੰਦਾ ਸਿੱਖੀ ਹੈ? ਜੇ ਸਿੱਖੀ ਚਾਹੀਦੀ ਹੈ ਨਾ, ਸਿੱਖੀ ਦੀ ਡੋਰ ਜੋੜ ਨਾਲ ਜੇ ਜੋੜਨੀ ਹੈ ਨਾ, ਤਾਂ ਅਵਰ ਸੰਗ ਤੋੜਨੀ ਪਊਗੀ। ਇਹ ਕਹਿੰਦੇ ਗੁਰੂ ਨਾਲ ਤੋੜ ਲੈਣੇ, ਅਵਰ ਸੰਗ ਨਹੀਂ ਤੋੜਨੀ। ਤੋੜਨ ਦੇ ਕਾਹਦੇ ਡਰਦੇ ਹੋ ਮਨਮੁਖਾਂ ਨੂੰ? ਮਨਮੁਖ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਾਇਆ ਦਾ ਸੰਬੰਧ। ਇਹ ਤਾਂ ਫਿਰ ਮਾਇਆ ਦਾ ਸੰਬੰਧ ਹੈ। ਗੋਲਕ ਦੇ ਸਿੱਖ ਹੋ ਤੁਸੀਂ, ਗੁਰੂ ਦੇ ਕਿੱਥੇ ਹੋ? ਕਿਹੜੀ ਗੱਲ ਬਚੀ ਹੋਈ ਹੈ ਜਿਹੜੀ ਗੁਰਬਾਣੀ 'ਚ ਨਹੀਂ ਹੈ? ਇਹਨਾਂ ਦੇ ਬਕੀਏ ਦੇੜ ਦਿੰਦੀ ਹੈ ਬਾਣੀ ਝੂਠਿਆਂ ਦੇ। ਬਚਣਗੇ ਕਿੱਥੋਂ? ਤੇ ਜਿੰਨਾ ਚਿਰ ਚੁੱਪ ਸੀ
ਸੰਗਤ ਪੁੱਛੂ ਇਹਨਾਂ ਤੇ, ਉਹ ਪੁੱਛਣਗੇ ਜਿਨ੍ਹਾਂ ਤੇ ਇਹ ਤਵੇ ਲਾਉਂਦੇ ਨੇ, ਮੋਨੇ ਹੋ ਗਏ, ਨਸ਼ੇ ਖਾਂਦੇ ਨੇ, ਉਹ ਪੁੱਛਣਗੇ ਇਹਨਾਂ ਨੂੰ। ਇਹ ਦੋ ਜਵਾਬ ਹੁਣ, ਇਹ ਜਵਾਬ ਦੇਣ ਹੁਣ, ਜਿਹੜੇ ਜਵਾਬ ਮੰਗਦੇ ਰਹੇ ਨੇ ਨਾ, ਆਪ ਜਵਾਬ ਦੇਣ ਹੁਣ। ਤੁਹਾਡੀ ਸਿੱਖੀ ਕਿੱਥੇ ਹੈ? ਤੁਹਾਡੇ ਕੋਲ ਕੀ ਹੈ? ਦਿਖਾਓ। ਤੁਸੀਂ ਸੱਪ ਬੜੇ ਮਾਇਆ ਤੇ ਬੈਠੇ ਹੋ ਫੜ ਕੱਢ ਕੇ, ਇਹ ਸਿੱਖੀ ਹੈ? ਮਨਮੁਖ ਫਿਰੈ ਨ ਚੇਤੈ